सत श्री अकाल जी साਰਿਆਂ ਨੂੰ स्वागत है ਤੁਹਾਡਾ पंजाब 24/7 ਤੇ ਮੇਰਾ ਨਾਮ ਹੈ ਗਗਨਦੀਪ ਤੇ ਹੁਣ ਮੈਥ ਦੀ ਕਲਾਸ ਵੱਜ ਚੁੱਕੇ ਨੇ 4:15 ਤੇ ਮੈਥ ਦੀ ਕਲਾਸ ਹੋ ਗਿਆ ਟਾਈਮ ਇੱਕ ਅੱਜ ਥੋੜੀ ਜੀ ਡੀਲੇ ਕਰਤੀ ਸੀ ਕਲਾਸ ਕਿਉਂਕਿ ਇੱਕ ਜ਼ਰੂਰੀ ਚੀਜ਼ ਦੱਸਣੀ ਸੀ। ਤੁਹਾਨੂੰ ਪਤਾ ਹੋਣਾ ਐਲੀਮੈਂਟਰੀ ਜਿਹੜੀ ਟੀਚਰਸ ਟ੍ਰੇਨਿੰਗ ਦੀ ਜਿਹੜੀ 2364 ਪੋਸਟਾਂ ਨਿਕਲੀਆਂ ਸੀ ਮਾਰਚ 2020 ਦੀ ਰੈਗੂਲੇਸ਼ਨ ਮਤਲਬ ਮਾਰਚ 2020 ਦਾ ਨੋਟੀਫਿਕੇਸ਼ਨ ਆਇਆ ਹੋਇਆ ਇਹ ਜੀ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਨੋਟੀਫਿਕੇਸ਼ਨ ਹੀ ਕੈਂਸਲ ਕਰਤੀ ਹੈ ਕਿਉਂਕਿ ਇਹਦੇ ਅੰਦਰ ਇੱਕ ਚੀਜ਼ ਦੱਸੀ ਹੋਈ ਸੀ ਕਿ ਜਿਹੜੇ ਹਾਇਰ ਐਜੂਕੇਸ਼ਨ ਵਾਲੇ ਨੇ ਉਹਨਾਂ ਨੂੰ ਐਕਸਟਰਾ ਨੰਬਰ ਮਿਲਣਗੇ। ਮਤਲਬ ਇੱਕ ਤਾਂ ਹੁੰਦੀ ਹੈ ਜੀ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਰਿਕੁਆਇਰਡ ਹੁੰਦੀ ਹੈ ਵੀ ਜੀ ਤੁਹਾਨੂੰ ਇੰਨੇ ਨੰਬਰ 'ਚ ਇੰਨੇ ਤੁਹਾਡੀ BSc ਹੋਣੀ ਚਾਹੀਦੀ ਹੈ, ਗ੍ਰੈਜੂਏਸ਼ਨ ਹੋਣੀ ਚਾਹੀਦੀ 50% ਨੰਬਰ 55% ਨੰਬਰ। ਉਹ ਤੋਂ ਇਲਾਵਾ ਇਹਨਾਂ ਨੇ ਕੀ ਕੀਤਾ ਸੀ, ਇਹਨਾਂ ਨੇ ਕਿਹਾ ਸੀ ਵੀ ਜਿਹਦੀ ਹੋਰ ਵੱਧ ਕੁਆਲੀਫਿਕੇਸ਼ਨ ਹੋਈ ਜਿਹਨੇ MA ਵਗੈਰਾ ਕੀਤੀ ਹੋਈ, PhD ਕੀਤੀ ਹੋਈ, ਡਬਲ PhD ਕੀਤੀ, ਡਬਲ MA ਕੀਤੀ ਹੋਈ, ਉਹਨੂੰ ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਐਕਸਟਰਾ ਨੰਬਰ ਮਿਲਣੇ ਸੀ। ਮੈਨੂੰ ਇੱਕ ਵਾਰ ਦੱਸੋ ਜਦੋਂ ETT ਦੀ ਪੋਸਟ ਹੈ ਤੁਸੀਂ ਕਿਹਾ ਹੋਇਆ ਵੀ ਮਿਨੀਮਮ ਕੁਆਲੀਫਿਕੇਸ਼ਨ ਇਹ ਹੈ ਤੁਹਾਨੂੰ 55% ਨੰਬਰ ਲੈਣੇ ਹੈ ਗ੍ਰੈਜੂਏਸ਼ਨ 'ਚ, ਇਹਦਾ ਮਤਲਬ ਇਹ ਕੀ ਹੈ ਗ੍ਰੈਜੂਏਸ਼ਨ ਦੀ ਗੱਲ ਹੋਈ ਹੈ ਭਾਵੇਂ ਅੱਗੇ ਉਹਨੇ ਡਬਲ MA ਕੀਤੀ ਹੋਵੇ, PhD ਕੀਤੀ ਹੋਵੇ, ਡਬਲ PhD ਕੀਤੀ ਹੋਵੇ। ਤਾਂ ਇਹੀ ਕੁਝ 4-5 ਰਿਟ ਪਟੀਸ਼ਨਸ ਪਾਏ ਹੋਏ ਸੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਤੇ ਕੱਲ ਨਹੀਂ 8 ਨਵੰਬਰ ਨੂੰ ਜਸਟਿਸ ਮਹਾਵੀਰ ਸਿੰਘ ਸਿੰਧੂ ਜੀ ਨੇ ਇਹ ਸਾਰੀ ਨੋਟੀਫਿਕੇਸ਼ਨ ਕੈਂਸਲ ਕਰਤੀ, ਸਾਰਾ ਸਿਲੈਕਸ਼ਨ ਪ੍ਰੋਸੈਸ ਤੇ ਸਾਰੀ ਜਿਹੜੀ ਪ੍ਰੋਵੀਜ਼ਨਲ ਮੈਰਿਟ ਲਿਸਟ ਬਣੀ ਸੀ ਉਹ ਵੀ ਕੈਂਸਲ ਕਰਤੀ। ਤਾਂ ਉਹ ਦੱਸੀ ਜਾਂਦਾ ਸੀ ਤਾਂ ਉੱਥੇ ਟਾਈਮ ਲੱਗਿਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰੀ ਸਾਰੇ ਜਣੇ ਸੈਸ਼ਨ ਨੂੰ ਸ਼ੇਅਰ ਕਰ ਦਿਓ, ਜਿਹੜੇ ਪੁਰਾਣੇ ਬੱਚੇ ਨੇ ਉਹ ਤਾਂ ਆਈ ਜਾਣੇ ਤੇ ਜਿਹੜੇ ਨਵੇਂ ਨੇ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਤੇ ਲਾਈਕ ਕਰ ਦਿਓ। PSSB ਕਲਰਕ ਦੀ ਆਪਾਂ ਤਿਆਰੀ ਕਰ ਰਹੇ ਨੇ 20 ਡੇਜ਼ 20 ਐਕਸਪੈਕਟਡ ਪੇਪਰਸ ਆਪਾਂ ਸ਼ੁਰੂ ਕੀਤਾ ਹੋਇਆ ਕੰਮ। ਹਾਂਜੀ ਸਾਰਿਆਂ ਨੂੰ ਗੁੱਡ ਈਵਨਿੰਗ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇੱਕ ਵਾਰੀ ਸਾਰੇ ਜਣੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਆਪਾਂ ਤਾਂ ਕਿ ਅੱਗੇ ਚੱਲੀਏ। ਅਕਾਊਂਟ ਕਲਰਕ ਦੀ ਫੀਸ ਨਹੀਂ ਭਰੀ ਜਾ ਰਹੀ। ਅਕਾਊਂਟ ਕਲਰਕ ਦੀ ਫੀਸ ਤੁਸੀਂ ਕਦੋਂ ਭਰੀ ਸੀ? ਅੱਜ ਲਾਸਟ ਡੇਟ ਆ ਯਾਰ, ਕੁਝ ਵੀ ਕਰ ਲਓ। ਮੈਂ ਪਹਿਲਾਂ ਹੀ ਕਿਹਾ ਸੀ ਤੁਹਾਨੂੰ ਵੀ ਐ ਨਾ ਕਰੋ ਅਖੀਰਲੇ ਦਿਨਾਂ 'ਚ ਨਾ ਤਿਆਰੀ ਕਰਿਓ। ਮੈਨੂੰ ਪਤਾ ਮੈਂ ਉਦੋਂ ਵੀ ਕਿਹਾ ਸੀ ਵੀ ਦੀਵਾਲੀ ਆ ਜਾਣੀ ਹੈ, ਤੁਸੀਂ ਇੱਧਰ ਉੱਧਰ ਲੱਗ ਜਾਣਾ। ਵਿਆਹ ਦਾ ਉਹ ਕੀ ਕਹਿੰਦੇ ਅੱਜ ਕੱਲ੍ਹ ਵਿਆਹ ਦਾ ਮੌਸਮ ਜਾ ਆ ਗਿਆ, ਉਦੋਂ ਵੀ ਕਿਹਾ ਸੀ ਮੈਂ। ਤੇ ਜਿਨ੍ਹਾਂ ਨੇ ਕਲਰਕ ਦੀ ਭਰਨੀ ਹੈ ਅੱਜ ਭਰ ਦਿਓ, 18 ਨਵੰਬਰ ਲਾਸਟ ਡੇਟ ਹੈ ਤੇ ਇਹਦੀ ਫੀ ਭਰਨ ਦੀ ਡੇਟ ਹੈ 23 ਨਵੰਬਰ। ਜਿਹੜੀ ਸਿੰਪਲ ਕਲਰਕ ਵਾਲੀ ਪੋਸਟ ਹੈ IT ਤੇ ਅਕਾਊਂਟਸ ਵਾਲੀ ਤਾਂ ਹੋ ਚੁੱਕੀ ਹੈ, ਜਾ ਚੁੱਕੀਆਂ ਪੋਸਟਾਂ। ਉਹ ਪੋਸਟਾਂ ਸੀਗੀ 15 ਨਵੰਬਰ ਤੱਕ ਸੀ ਤੇ ਹੁਣ 18 ਨਵੰਬਰ ਤੱਕ ਅੱਜ ਮਤਲਬ ਲਾਸਟ ਡੇ ਹੈ ਫੀਸ ਭਰਨ ਦੀ। ਇਹ ਧਿਆਨ ਰੱਖਣਾ ਸਾਰਿਆਂ ਨੇ। ਹਾਂ ਜੀ ਸਾਈਟ ਕੰਮ ਹੀ ਨਹੀਂ ਕਰ ਰਹੀ। ਮੈਂ ਤੁਹਾਨੂੰ ਸਟਾਰਟਿੰਗ 'ਚ ਕੀ ਕਿਹਾ ਸੀ, ਮੈਂ ਸਾਰੇ ਜਿੰਨੇ ਬੱਚੇ ਉਹਨਾਂ ਨੂੰ ਪਤਾ ਹੋਣਾ, ਮੈਂ ਸਟਾਰਟਿੰਗ 'ਚ ਇਹੀ ਕਿਹਾ ਸੀ ਵੀ ਅੱਜ ਨੋਟੀਫਿਕੇਸ਼ਨ ਆ ਗਈ, ਕੱਲ ਪਰਸੋਂ ਚੌਥ ਹਫਤੇ 10 ਦਿਨ ਬਾਅਦ ਭਾਵੇਂ ਭਰ ਦਿਓ ਬਟ ਲਾਸਟ ਨਾ ਭਰਿਓ ਕਿਉਂਕਿ ਲਾਸਟ 'ਚ ਹੁੰਦਾ ਕੀ ਹੈ, ਜਿਵੇਂ ਸੁਰਜੀਤ ਭਾਜੀ ਤੁਸੀਂ ਹੋ, ਤੁਹਾਡੇ ਨਾਲ ਵਾਲੇ ਹੋਰ ਵੀ ਬਹੁਤ ਹੋਣੇ ਤੁਹਾਡੇ ਵੀਰ ਭਰਾ ਭੈਣ ਜਿਹੜੇ ਐਂ ਹੀ ਬੈਠੇ ਹੋਣੇ ਤੇ ਸਾਈਟ ਤਾਂ ਕਰੈਸ਼ ਹੋ ਹੀ ਜਾਂਦੀ ਹੈ। ਠੀਕ ਹੈ ਜੀ। ਚਲੋ ਇੱਕ ਹੋਰ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਦੱਸਣਾ ਭੁੱਲ ਗਿਆ ਮੈਂ। ਖੁਸ਼ਖਬਰੀ ਜੀ ਇੱਕ ਕੀ ਖੁਸ਼ਖਬਰੀ ਹੈ, ਜਿਹੜਾ ਇੱਕ PSSB ਕਲਰਕ ਦਾ ਬੈਚ ਤੁਹਾਨੂੰ ਪਤਾ ਹੋਣਾ 16 ਨਵੰਬਰ ਨੂੰ ਜਿਹੜਾ ਸ਼ੁਰੂ ਹੋਇਆ, 16 ਨਵੰਬਰ ਨੂੰ ਸ਼ੁਰੂ ਹੋਇਆ ਨਾ ਜਿਹੜਾ ਬੈਚ, ਉਹਦੇ ਬਾਰੇ ਦੱਸਣਾ ਕੁਝ। ਤਾਂ ਜੀ ਆਹ ਦੇਖੋ ਤੁਸੀਂ ਕਿੱਦਾਂ ਬਾਏ ਕਰਦੇ ਕਿੱਦਾਂ ਹੁੰਦੇ ਹੋ। ਜੇ ਤੁਹਾਡੇ ਕੋਲ ਫੋਨ ਹੋਵੇ, ਐਂਡਰੋਇਡ ਐਪ ਹੋਵੇ, ਜਾਂ ਤੁਸੀਂ ਜਦੋਂ ਵੈਬਸਾਈਟ ਓਪਨ ਕਰਦੇ ਹੋ ਇੱਧਰ ਆਲ ਕੋਰਸਿਸ ਜਾ ਕੇ ਸਟੇਟ ਐਗਜ਼ਾਮਸ ਤੇ ਜਾ ਕੇ ਪੰਜਾਬ ਸਟੇਟ ਐਗਜ਼ਾਮ ਟੱਚ ਕਰ ਦਿਓ, ਫਿਰ ਇੱਧਰ ਪੰਜਾਬ PSSB ਕਲਰਕ ਲਿਖਿਆ ਹੋਇਆ। ਇਹ ਤਾਂ ਜਦੋਂ ਤੁਸੀਂ ਟੱਚ ਕਰੋਗੇ ਇਹ ਦੇਖੋ ਕੀ ਲਿਖਿਆ ਹੋਇਆ, ਇਹ 8000 ਲਿਖਿਆ ਹੋਇਆ ਇਹ। ਬਟ ਤੁਹਾਨੂੰ ਇਹ ਕਿੰਨੇ ਦਾ ਪੈਂਦਾ ਸੀ ਪਹਿਲਾਂ? ਇਹ ਇੱਧਰ ਤੁਸੀਂ ਆਪਣੀ ਜਦੋਂ ਕੋਈ ਜਿਹੜੀ ਈਮੇਲ ਹੈ ਉਹ ਭਰਦੇ ਸੀ ਤੇ ਇੱਧਰ ਤੁਸੀਂ ਪਾਉਂਦੇ ਹੁੰਦੇ ਸੀ ਕੋਡ। ਕਿਹੜਾ ਕੋਡ ਪਾਉਂਦੇ ਹੁੰਦੇ ਸੀ? Y383 ਪਾਉਂਦੇ ਹੁੰਦੇ ਸੀ। ਕਿੰਨੇ ਦਾ ਪੈਂਦਾ ਸੀ? ਜਿੰਨੇ ਦਾ ਵੀ ਪੈਂਦਾ ਸੀ। ਬਟ ਹੁਣ ਪੈ ਰਿਹਾ ਸਿਰਫ ਔਰ ਸਿਰਫ 1380 ਰੁਪਏ ਦਾ। ਹਾਂਜੀ ਸਿਰਫ 1380 ਦਾ। ਆਹ ਦੇਖ ਸਕਦੇ ਹੋ 1380 ਰੁਪਏ ਦਾ ਪੈ ਗਿਆ ਇਹ ਮੈਨੂੰ ਨਹੀਂ ਪਤਾ ਕੀ ਹੋਇਆ, ਫਲਾ ਆਇਆ ਕੀ ਆਇਆ ਸਾਨੂੰ ਨਹੀਂ ਪਤਾ, ਕੁਝ ਪ੍ਰੋਬਲਮ ਹੋਈ ਹੈ ਬਟ ਤੁਹਾਡੇ ਸਾਹਮਣੇ ਹੈ ਸਿਰਫ 1380 ਰੁਪਏ ਦਾ। ਕਿਹੜਾ ਬੈਚ ਹੈ ਇਹ? ਬੈਚ ਹੈ ਜੀ PSSB ਕਲਰਕ ਦਾ ਬੈਚ ਹੈ ਇਹ। ਮੈਨੂੰ ਨਹੀਂ ਪਤਾ ਕੀ ਹੋਇਆ। ਆਹ ਦੇਖੋ 4619 ਰੁਪਏ ਦਾ ਡਿਸਕਾਊਂਟ ਪੈ ਗਿਆ। ਕੋਡ ਕਿਹੜਾ ਯੂਜ਼ ਕੀਤਾ ਮੈਂ? ਆਪਣਾ ਵਾਲਾ ਕੋਡ, ਮੇਰਾ ਵਾਲਾ ਜਿਹੜਾ ਦਿੱਤਾ ਫੈਕਲਟੀ ਵਾਲਿਆਂ ਨੇ Y383। ਇਹ ਤਾਂ ਮੈਕਸਿਮਮ ਤੋਂ ਵੀ ਮੈਕਸਿਮਮ ਹੋ ਗਿਆ। ਪਹਿਲਾਂ ਇਹ 1840 ਦਾ ਪੈਂਦਾ ਸੀ ਬਟ ਤੁਹਾਡੇ ਸਾਹਮਣੇ ਆ ਹੁਣ Y383 ਕੋਡ ਯੂਜ਼ ਕਰਕੇ, Y383 ਕੋਡ ਯੂਜ਼ ਕਰਕੇ 1380 ਦਾ ਲੈ ਗਿਆ। ਕੋਈ ਲੈਣਾ ਚਾਹਵੇ ਲੈ ਲੇ। 16 ਤਰੀਕ ਤੋਂ ਬੈਚ ਸ਼ੁਰੂ ਹੋ ਚੁੱਕਾ ਹੈ। ਜਿਹੜੀ ਰਿਕਾਰਡਡ ਕਲਾਸਾਂ ਨੇ ਉਹ ਤੁਹਾਨੂੰ ਮਿਲ ਜਾਣੀਆਂ 16, 17 ਤੇ 18 ਵਾਲੀਆਂ। ਜਿਹੜਾ ਲੈਣਾ ਚਾਹਵੇ ਲੈ ਸਕਦਾ ਹੈ। ਤੁਸੀਂ ਤੁਹਾਡੇ ਸਾਹਮਣੇ 1380 ਦਾ ਹੋ ਗਿਆ। ਠੀਕ ਹੈ ਜੀ। ਚਲੋ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਫਿਰ ਬਾਅਦ 'ਚ ਪਹਿਲਾਂ ਹੀ ਕਰ ਲੈਣਾ। ਚਲੋ ਤਾਂ ਜੀ ਇੱਕ ਛੋਟੀ ਜਿਹੀ ਮੋਟੀਵੇਸ਼ਨਲ ਕੋਟ ਆਪਾਂ ਜਿਵੇਂ ਕਹਿੰਦੇ ਹੋਣਾ, ਕਹਿੰਦੇ ਜੀ ਦ ਮੋਸਟ ਇਫੈਕਟਿਵ ਵੇ ਟੂ ਡੂ ਇਜ਼ ਟੂ ਡੂ ਇਟ। ਇੱਕ ਤਾਂ ਹੁੰਦਾ ਬੰਦਾ ਪ੍ਰੋਕ੍ਰੈਸਟੀਨੇਟ ਕਹਿੰਦੇ ਅੰਗਰੇਜ਼ੀ 'ਚ। ਆਪਾਂ ਸੋਚੀ ਜਾਂਦੇ ਮੈਂ ਇਹ ਕਰਨਾ, ਮੈਂ ਉਹ ਕਰਨਾ, ਮੈਂ ਕਰ ਦੂੰਗਾ, ਮੈਂ ਇਹ ਕਰ ਦੂੰਗਾ। ਸਭ ਤੋਂ ਵਧੀਆ ਕੰਮ ਹੈ ਖੜੇ ਹੋ ਤੇ ਕਰਨਾ ਸ਼ੁਰੂ ਕਰੋ। ਉਹੀ ਤਾਂ ਕਿ ਦ ਮੋਸਟ ਇਫੈਕਟਿਵ ਵੇ ਟੂ ਡੂ ਇਟ
इज टू डू इट। कितना सिंपल जिहा सवाल किया, टू डू इट इज 2 बार करता बाई ने, बट समझण वाला समझदा भी ਗੱਲਾਂ ਕਰਨ ਨਾਲ, ਹਵਾਈ ਕਿਲੇ ਬਣਾਉਣ ਨਾਲ, ਸ਼ੇਖ ਚਿੱਲੀ ਬਣਨ ਨਾਲ ਕੁਝ ਨਹੀਂ ਹੋਣਾ। ਜਦੋਂ ਤੱਕ ਬਾਈ ਤੂੰ ਆਪਣੇ ਆਪ ਆਪਣੇ ਪੈਰਾਂ 'ਤੇ ਖੜੇ ਹੋ ਕੇ ਕੰਮ ਨਹੀਂ ਕਰੇਗਾ, ਤੇਰਾ ਕੁਝ ਨਹੀਂ ਬਣਨਾ। ਤਾਂ ਮੋਸਟ ਇਫੈਕਟਿਵ ਵੇ ਟੂ ਡੂ ਇਜ਼ ਟੂ ਡੂ ਇਟ। ਇਹਦੇ ਵੱਲ ਧਿਆਨ ਰੱਖਣਾ, ਇੱਕ ਗੱਲ ਧਿਆਨ ਰੱਖਣਾ ਤੂਨੇ। ਸਰ ਟੈਸਟ ਸੀਰੀਜ਼ ਹੈ ਕੋਈ PSSB ਦੀ? ਹੈਗੀ ਹੈ ਜੀ, ਦੇਖ ਲਓ ਯਾਰ, ਤੁਸੀਂ ਅੱਜ ਦੇਖ ਹੀ ਲਓ। PSSB ਦੀ ਟੈਸਟ ਸੀਰੀਜ਼ ਵੀ ਦੇਖ ਲਓ ਕਿੱਥੇ ਗਿਆ ਇਹ। ਇੱਧਰ ਤੁਸੀਂ ਜਦੋਂ ਓਪਨ ਕਰਦੇ ਹੋ ਨਾ ਪੰਜਾਬ ਸਟੇਟ ਐਗਜ਼ਾਮ ਜਾ ਕੇ ਥੱਲੇ ਆਓਗੇ, ਆਹ ਦੇਖੋ PSSB 2021 ਕਲਰਕ ਦੀ ਟੈਸਟ ਸੀਰੀਜ਼ ਹੈ। ਇਹ ਹਜੇ ਤਾਂ 1200 ਦੀ ਦਿਖਾ ਰਿਹਾ, ਮੈਂ ਦੇਖਦੇ ਕੀ ਪਤਾ ਇਹਦਾ ਵੀ ਰੇਟ ਘਟ ਗਿਆ ਹੋਵੇ, ਮੈਨੂੰ ਨਹੀਂ ਪਤਾ ਕਿਉਂ ਘਟਿਆ ਕਿਵੇਂ ਘਟਿਆ, ਬਟ ਮੇਰਾ ਕੋਡ ਲੱਗ ਜੇ ਘਟ ਰਿਹਾ ਵੀ ਮੈਂ ਕਿਹਾ ਤੁਹਾਨੂੰ ਦੱਸ ਦਈਏ। ਇਹ ਤੋਂ ਪਹਿਲਾਂ ਇਹ ਠੀਕ ਕਰਨ ਕਈ ਵਾਰ ਹੋ ਜਾਂਦਾ ਵੀ ਗਲਤੀ ਕਰ ਜਾਂਦੀ ਸਾਡੀ ਟੈਕਨੀਕਲ ਟੀਮ। ਤਾਂ ਵੇਖੋ Y383 ਕੋਡ ਲਾਇਆ, ਇਹ ਕਿੰਨੇ ਦੀ ਰਹੇਗੀ? ਇਹ ਰਹੇਗੀ 275 ਦੀ ਰਹੇਗੀ। ਇਹ ਤੁਸੀਂ ਬਾਏ ਕਰ ਸਕਦੇ ਹੋ। ਇਹ ਤਾਂ ਦੇਖੋ ਮੈਂ ਵੈਸੇ ਵੀ ਕਹਿਣਾ ਤੁਸੀਂ ਬੈਚ ਬਾਏ ਕਰਨਾ ਨਹੀਂ ਕਰਨਾ, 275 ਦੀ ਟੈਸਟ ਸੀਰੀਜ਼ ਹੈ, 10 ਟੈਸਟ ਨੇ ਇਹਦੇ ਅੰਦਰ। ਇਹ ਤਾਂ ਤੁਸੀਂ ਬਾਏ ਕਰ ਲਓ, ਕੋਡ ਤੁਹਾਡੇ ਸਾਹਮਣੇ ਹੈ Y383 383, ਠੀਕ ਹੈ ਜੀ। ਚਲੋ ਹਾਂ ਜੀ, ਆਪਾਂ ਸ਼ੁਰੂ ਕਰਦੇ ਹਾਂ ਕਲਾਸ ਪਹਿਲੇ ਸਵਾਲ ਨਾਲ। ਆਹ 2 ਕਿਤਾਬਾਂ ਵੀ ਨੇ ਜਿਹੜੇ ਤੁਸੀਂ ਬਾਏ ਕਰਨਾ ਚਾਹੋ, ਬਟ ਬਾਅਦ 'ਚ ਦੱਸਾਂਗੇ, ਟਾਈਮ ਹੋ ਗਿਆ। ਇਹ ਹੁਣ ਦੇਖੋ ਇਹ 1840 ਨਹੀਂ ਰਹਿ ਗਿਆ, ਹੁਣ ਤਾਂ ਇਹ ਵੀ ਠੀਕ ਕਰਨਾ ਪੈਣਾ। ਇਹ ਹੋ ਗਿਆ ਹੁਣ ਕਿੰਨਾ ਹੋ ਗਿਆ? 1380 ਹੋ ਗਿਆ, ਇੰਨਾ ਰਹਿ ਗਿਆ ਬਸ। ਇਹ ਕੋਡ ਲਾਇਆ ਸੀ। ਚਲੋ ਪਹਿਲਾ ਸਵਾਲ ਤੁਹਾਡੇ ਅੱਗੇ ਕਹਿੰਦੇ A and B can do a piece of work in 10 days, B and C can do a work in 12 days ਤੇ C and A can do a work in 15 days। ਤਾਂ A B C ਇਕੱਠੇ ਉਹ ਕੰਮ ਕਿੰਨੇ ਟਾਈਮ ਵਿੱਚ ਕਰਨਗੇ? ਛੇਤੀ ਲਿੰਕ ਸੈਂਡ ਕਰ ਦਿਓ ਬਸ, ਹੁਣੇ ਮੈਂ ਤੁਹਾਡੀ ਚੈਟ 'ਚ ਪਿਨ ਕਰ ਦੇਣਾ। ਆਹ ਸਵਾਲ ਕਰੋ ਇਹਨਾਂ। फोर डेज ਕਿਹਾ, ਓਨਲੀ 10 ਪਤਾ ਨਹੀਂ ਕੀ ਲਿਖਿਆ ਇਹ। ਤਾਂ ਜੀ ਮਨਦੀਪ ਜੀ ਦੇਖ ਲਓ, ਤੁਹਾਡੇ ਲਈ ਆ ਪਿਨ ਹੋ ਗਿਆ ਹੈ ਪੰਜਾਬ ਬੜਾ 24/7 ਦਾ, ਜਿਹੜਾ ਇਹ ਥੱਲੇ ਦੇਖ ਸਕਦੇ ਹੋ। ਇਹ ਤੁਸੀਂ ਇਹ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ। ਸਰ ਸ਼ਾਮ ਨੂੰ ਕਲਾਸ ਹੋਦੀ? ਹਾਂਜੀ ਹੋਦੀ। ਇੱਕ ਨੇ 4 ਕਿਹਾ, ਬਾਕੀ ਸਾਰਿਆਂ ਨੇ 8 ਕਿਹਾ। ਹੁਣ ਇਹੋ ਜਿਹੇ ਸਵਾਲ ਕਰਨੇ ਕਿਵੇਂ, ਧਿਆਨ ਦਿਓ। ਸਭ ਤੋਂ ਪਹਿਲਾਂ ਕਿਹਾ ਕਿ A and B can do a piece of work in 10 days, ਠੀਕ ਹੈ ਜੀ। ਤੇ B and C can do a piece of work in 12 days, ਠੀਕ ਹੈ ਜੀ। ਤੇ C and A can do a piece of work in 15 days। ਮੈਂ ਕੀ ਕਿਹਾ ਸੀ? ਜਿਹਨੇ ਮੇਰੀ ਟਾਈਮ ਐਂਡ ਵਰਕ ਦੀ ਕਲਾਸਾਂ ਲਾਈਆਂ ਉਹਨੂੰ ਪਤਾ ਹੋਣਾ, ਜਿਨ੍ਹਾਂ ਨੇ ਨਹੀਂ ਲਾਈ ਇੱਕ ਵਾਰੀ ਪੰਜਾਬ ਅੱਡਾ 24/7 ਤੇ ਜਾ ਕੇ ਕਲਾਸਾਂ ਜ਼ਰੂਰ ਅਟੈਂਡ ਕਰੋ, ਪਲੇਲਿਸਟ ਜਾ ਕੇ ਮੇਰੀ ਕਲਾਸਾਂ ਜ਼ਰੂਰ ਦੇਖੋ। ਇਹ ਕਹਿੰਦੇ ਹੁੰਦੇ ਵੀ 95% ਸਵਾਲ ਟਾਈਮ ਐਂਡ ਵਰਕ ਦੇ ਸਿਰਫ ਸਿੱਧਾ ਪਹਿਲਾ ਸਟੈਪ ਹੁੰਦਾ LCM ਲੈਣਾ। ਤੇ 10 12 15 ਦਾ ਮੈਂ ਸਾਰਿਆਂ ਨੂੰ ਦੱਸਿਆ ਹੋਇਆ LCM ਆਊਗਾ 60। ਇਹ ਆ ਗਿਆ 10 6 12 5 60 ਤੇ 15 ਚੌਕੇ 60 ਆ ਗਿਆ ਇਹ। ਹੁਣ ਇਹਨੂੰ ਤੁਸੀਂ ਥੱਲੇ ਲਿਖ ਦਿਓ। ਇਹ ਕੀ ਹੈ? ਇਹ ਹੈ 1 ਡੇ ਵਰਕ ਜਾਂ ਫਿਰ ਜਿਹਨੂੰ ਆਪਾਂ ਕਹਿੰਦੇ ਆ ਐਫੀਸ਼ੀਐਂਸੀ। ਤਾਂ A + B ਦੀ ਵੈਲਿਊ ਆ ਗਈ 6, B + C ਦੀ ਵੈਲਿਊ ਆ ਗਈ 5 ਤੇ C + A ਦੀ ਵੈਲਿਊ ਆ ਗਈ 4। ਇਹਨੂੰ ਕਰੋ ਐਡ, ਇਹ ਆ ਜਾਊਗਾ ਟਵਾਈਸ ਆਫ A + B + C। ਟਵਾਈਸ ਆਫ ਕਿਉਂ? 2A 2B 2C। ਇੱਧਰ ਆ ਜਾਊਗਾ 6 4 10 5 15। ਤਾਂ ਜੀ A + B + C ਇਹਦੀ ਵੈਲਿਊ ਆ ਗਈ 7.5 ਆ ਗਈ। ਹੁਣ ਕੀ ਕਰੀਏ ਸਰ? ਹੁਣ ਬਸ ਕੁਝ ਨਹੀਂ, ਇੱਕ ਵਾਰੀ A ਪੁੱਟ ਕਰੋ, ਇੱਕ ਵਾਰ A, ਇੱਕ ਵਾਰ A। ਹੁਣ ਇਹਦੇ ਅੰਦਰ A + B ਪੁੱਟ ਕਰੋਗੇ ਤਾਂ C ਦੀ ਵੈਲਿਊ ਆ ਗਈ 1.5। ਇਹਦੇ ਅੰਦਰ B + C ਪੁੱਟ ਕਰੋਗੇ, B + C ਪੁੱਟ ਕਰੋਗੇ, A ਦੀ ਵੈਲਿਊ ਆ ਗਈ 2.5। ਤੇ ਇਹਦੇ ਅੰਦਰ A + B ਪੁੱਟ ਕਰੋਗੇ, C ਦੀ ਵੈਲਿਊ ਕਿੰਨੀ ਆ ਗਈ? 6.5। ਇਹ ਹੋ ਗਿਆ 2 3 4 5 7.5 ਆਓ ਕਿੱਥੇ ਕੁਝ 4 5 6 7 3.5। ਓਹੋ B ਲਿਖਣਾ ਨਾ ਇੱਥੇ। ਤਾਂ ਜੀ B ਦੀ ਵੈਲਿਊ ਆ ਗਈ 3.5। ਇਹ ਆ ਤੁਹਾਡੇ ਸਾਹਮਣੇ ਕਿੰਨਾ ਆ ਗਿਆ ਤੁਹਾਡਾ 3 4 5 6 7 7.5। A + B + C = 7.5, A + B + C = 7.5। ਇਹ ਆ ਗਿਆ। ਸਾਨੂੰ ਇਹ ਸਭ ਕਰਨ ਦੀ ਲੋੜ ਹੀ ਕੋਈ ਨਹੀਂ, ਸਾਨੂੰ ਕੋਈ ਲੋੜ ਨਹੀਂ ਸਾਨੂੰ ਕਰਨ ਦੀ। ਕਿਉਂ? ਕਿਉਂਕਿ ਇਹਨਾਂ ਨੇ ਕਿਹਾ ਵੀ ਇਫ A B and C work together,
ਤਾਂ ਸਾਨੂੰ ਅੱਡ ਕੱਢਣ ਦੀ ਸਾਨੂੰ ਲੋੜ ਹੀ ਹੈ ਨਹੀਂ। ਜੇ ਸਵਾਲ 'ਚ ਪੁੱਛਿਆ ਹੁੰਦਾ ਵੀ A ਕਿੰਨੇ ਟਾਈਮ 'ਚ ਕਰੂੰਗਾ ਜਾਂ B ਕਿੰਨੇ ਟਾਈਮ 'ਚ ਕਰੂੰਗਾ ਤਾਂ ਦੱਸਿਆ ਗਿਆ ਇਹ ਚੀਜ਼। ਇਸ ਸਵਾਲ 'ਚ ਲੋੜ ਨਹੀਂ। ਇਸ ਸਵਾਲ ਸਾਨੂੰ ਪਤਾ ਟੋਟਲ ਵਰਕ ਕਿੰਨਾ 60, A + B + C ਕਿੰਨਾ ਕੰਮ ਕਰਦੇ ਆ 7.5, ਇਹ ਡਿਵਾਈਡ ਕਰ ਦਿਓ ਸਿੱਧਾ ਹੀ। ਇਹ ਹੋ ਗਿਆ 10, 25 30 75, 25 30 75, 25 चौके 100, 3 2 ਦਾ 6, ਆਨਸਰ ਆ ਗਿਆ ਜੀ 8 ਆ ਗਿਆ ਆਨਸਰ। ਤੁਹਾਡਾ ਆਨਸਰ ਆ ਗਿਆ 1 ਆ ਗਿਆ ਆਨਸਰ, 8 ਡੇਜ਼ ਆ ਗਿਆ। ਇਹ ਆ ਗਿਆ ਸਭ ਨੂੰ ਸਮਝ ਜਾਂ ਦੁਬਾਰਾ ਰਿਪੀਟ ਕਰੀ? ਬਹੁਤ ਸਿੰਪਲ ਸਵਾਲ ਸੀ। ਇਹ ਜਿਹੜੀ ਚੀਜ਼ ਮੈਂ ਕੀਤੀ ਹੈ ਕਦੋਂ ਕਰਦੇ ਹੁੰਦੇ? ਜਦੋਂ ਮੰਨ ਲਓ ਦਿੱਤਾ ਹੁੰਦਾ ਕੁਐਸਚਨ 'ਚ ਵੀ A ਕਿੰਨੇ ਟਾਈਮ 'ਚ ਕਰੂਗਾ ਜਾਂ B ਕਿੰਨੇ ਟਾਈਮ 'ਚ ਕਰੂਗਾ, ਇਹ ਉਦੋਂ ਕਰਦੇ ਹੁੰਦੇ। ਵੈਸੇ ਲੋੜ ਨਹੀਂ ਇਸ ਵਾਲੇ ਪਾਰਟ ਦੀ, ਇਸ ਸਵਾਲ 'ਚ ਲੋੜ ਨਹੀਂ ਹੈ ਇਸ ਪਾਰਟ ਦੀ। ਇਸ ਸਵਾਲ 'ਚ ਨੋ ਨੀਡ ਲਿਖ ਦਿੰਦਾ ਮੈਂ, ਨੋ ਨੀਡ ਕਰਨੇ ਦਾ ਗਾਣਾ ਨਾ ਅਜਲੇ ਦਾ, ਨੋ ਨੀਡ। ਬਸ ਉਦਾਂ ਹੀ ਇਸ ਸਵਾਲ 'ਚ ਨੋ ਨੀਡ ਵੈਸੇ ਜ਼ਰੂਰੀ ਹੈ ਇਹ। ਠੀਕ ਹੈ ਜੀ, ਕੋਈ ਨਾ ਇੰਗਲਿਸ਼ ਵਿਦ ਦੀਪਿਕਾ ਬਿਲਾਂਦੀ ਚੱਕਰ ਹੀ ਕੋਈ ਨਹੀਂ ਹੈ। ਆਰਾਮ ਨਾਲ ਪੜੋ, ਮੈਂ ਤਾਂ ਹੀ ਕਿਹਾ ਹੈ ਆਰਾਮ ਨਾਲ ਕਰੋ। ਇੱਧਰ ਜਿੰਨੀ ਗਲਤੀਆਂ ਕਰਨੀਆਂ ਕਰ ਲਓ, ਬਸ ਪੇਪਰ 'ਚ ਕੋਈ ਗਲਤੀ ਨਾ ਕਰਿਆ ਜੀ। ਚਲੋ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਆਹ ਦੇਖੋ, ਰਾਮ ਦੀ ਇਨਕਮ ਹੈ ਜਿਹੜੀ ਉਹ 100 ਵੱਧਦਾ ਸ਼ਾਮ ਤੋਂ, ਤੇ ਜੇ ਦਿੱਤਾ ਹੋਵੇ ਜੀ ਐਵਰੇਜ ਇਨਕਮ ਜਿਹੜੀ ਰਾਮ ਤੇ ਸ਼ਾਮ ਦੀ 850 ਰੁਪਏ ਹੈ, ਤਾਂ ਜੀ ਰਾਮ ਦੀ ਇਨਕਮ ਕਿੰਨੀ ਹੋਗੀ? ਮਾੜਾ ਜਿਹਾ ਧਿਆਨ ਦੇ ਕੇ ਕੰਨ ਲਾ ਕੇ ਦੱਸੋ ਜੀ, ਬਹੁਤ ਧਿਆਨ ਨਾਲ ਪੜਨਾ। ਰਾਮ ਦੀ ਇਨਕਮ ਦਿੱਤੀ ਹੋਈ ਹੈ 100 ਜ਼ਿਆਦਾ ਸ਼ਾਮ ਤੋਂ, ਤੇ ਜੇ ਕਿਹਾ ਜੀ ਐਵਰੇਜ ਇਨਕਮ ਜਿਹੜੀ ਰਾਮ ਤੇ ਸ਼ਾਮ ਦੀ ਹੈ 850 ਹੈ, ਤਾਂ ਜੀ ਰਾਮ ਦੀ ਇਨਕਮ ਕਿੰਨੀ ਹੋਗੀ? ਸਮਝਣਾ ਕਿ ਇੱਕ ਦਿਨ ਦਾ ਕੰਮ ਕਿੰਨਾ ਆ। ਬਸ 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 ਬਸ, ਇਹ ਤਾਂ ਲਿਖਾਇਆ ਮੈਂ ਇੱਕ ਦਿਨ ਦਾ ਕੰਮ ਪੁੱਛ ਲੈਂਦੇ ਨਾ। ਉਧਰ ਤਾਂ ਪੁੱਛਿਆ ਇਹਨਾਂ ਨੇ A + B + C ਦਾ ਕੰਮ ਕਿੰਨਾ ਹੋਊਗਾ, ਬਟ ਕਈ ਵਾਰ ਪੁੱਛ ਲੈਂਦੇ ਹੁੰਦੇ ਵੀ A ਇਕੱਲਾ ਕਿੰਨੇ ਟਾਈਮ 'ਚ ਕਰਦਾ, B ਇਕੱਲਾ ਕਿੰਨੇ ਟਾਈਮ 'ਚ ਕਰਦਾ, ਤੇ C ਇਕੱਲਾ ਕਿੰਨੇ ਟਾਈਮ 'ਚ ਕਰਦਾ। ਤਾਂ ਕਰਕੇ ਉੱਥੇ ਦੱਸਿਆ ਸੀ ਕਿ A B C ਦਾ ਇੱਕ ਦਿਨ ਦਾ ਟਾਈਮ ਕਿੰਨਾ ਹੈ। ਮਨਜਿੰਦਰ ਸਿੰਘ ਦਾ ਆਨਸਰ ਆ ਗਿਆ ਜੀ 950 ਰੁਪਏ। ਬਈ ਧਿਆਨ ਨਾਲ ਇੱਧਰ ਲਿਖਿਆ ਹੋਇਆ ਰਾਮ ਦੀ ਇਨਕਮ ਕਿੰਨੀ ਹੈ। ਕਿਹਦੀ? ਰਾਮ ਦੀ, ਸ਼ਾਮ ਦੀ ਨਹੀਂ, ਰਾਮ ਦੀ ਇਨਕਮ ਕਿੰਨੀ ਹੈ। हाँ जी, फिर देखो इधर आप करना की है, आप लेट कर लेने। मान लो जी श्याम भाजी की इनकम X होगी, श्याम पर हो, सवाल ही बदल गया। कहा जी राम श्याम भाजी की इनकम होगी X, श्याम भाजी की इनकम होगी X, ਤੇ ਕਿਹਾ ਰਾਮ ਭਾਜੀ ਦੀ ਇਨਕਮ ਹੈ ਉਹ 100 ਵੱਧ ਹੈ ਸ਼ਾਮ ਭਾਜੀ ਤੋਂ, ਮਤਲਬ ਕਿ ਰਾਮ ਦੀ ਤਾਂ ਹੋਈ X + 100 ਹੋਗੀ। ਤੇ ਸਵਾਲ 'ਚ ਦਿੱਤਾ ਵੀ ਐਵਰੇਜ ਆਫ ਰਾਮ ਤੇ ਸ਼ਾਮ ਹੈ 850। ਐਵਰੇਜ ਕੀ ਹੁੰਦਾ? ਟੋਟਲ ਕਿਹਦਾ? ਟੋਟਲ S + R, ਟੋਟਲ ਜਿਹੜੀ ਇਨਕਮ ਹੋਈ ਕਿੰਨੇ ਬੰਦੇ? ਦੋ ਹੀ ਹੈ ਸ਼ਾਮ ਤੇ ਰਾਮ, ਇਹਦੇ ਇਕੁਅਲ ਹੋਗੀ 850। ਇਹ ਹੁੰਦੀ ਹੈ ਐਵਰੇਜ। X ਦੀ ਤਾਂ X ਪੁੱਟ ਕਰ ਦੋ, R ਦੀ ਥਾਂ R ਪੁੱਟ ਕਰ ਦੋ, ਇਹ ਆ ਜਾਊਗਾ इज इक्वल टू 1700 रुपये, 1700 रुपये हो गया। 2x इज इक्वल टू 1600, ਤੇ X ਦੀ ਵੈल्यू ਆ ਗਈ 800, ਤੇ X ਕੀ ਹੈ? X ਹੈ ਸ਼ਾਮ ਦੀ 800, मतलब कि ਰਾਮ ਦੀ ਕਿੰਨੀ ਆ ਗਈ? 900, मतलब कि ਆਨਸਰ ਆ ਗਿਆ ਜੀ 900। ਸਾਰਿਆਂ ਦਾ ਆ ਗਿਆ 900, ਬਹੁਤ ਵਧੀਆ। ਚਲੋ ਚੱਲੀਏ ਅੱਗੇ, ਫਿਰ ਗਾਹ ਹੀ ਪਾਤਾ ਸਾਰਿਆਂ ਨੇ ਅੱਜ ਤਾਂ ਕਹਿੰਦੇ। ਠੀਕ ਹੈ, ਇੱਕ ਸਾਡੇ ਤੁਹਾਡੇ ਨਾਲ ਗੁਜ਼ਾਰਿਸ਼ ਹੈ, ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਜੇ ਕਿਤੇ ਕਰ ਸਕਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲਾਈਕ ਤਾਂ ਤੁਸੀਂ ਕਰ ਹੀ ਸਕਦੇ ਹੋ, ਉਹਦੇ ਅੰਦਰ ਤਾਂ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਕਿਹਾ ਕਿ ਰੇਡੀਅਸ ਆਫ ਅ ਸਫੇਅਰ ਇਜ਼ ਡਬਲਡ, ਦ ਪਰਸੈਂਟੇਜ ਆਫ ਇੰਕਰੀਜ਼ ਇਨ ਇਟਸ ਏਰੀਆ, ਇਨ ਇਟਸ ਸਰਫੇਸ ਏਰੀਆ ਇਜ਼। ਰੇਡੀਅਸ ਇੱਕ ਸਫੇਅਰ ਦਾ ਉਹਨੂੰ ਡਬਲ ਕਰਤਾ ਤਾਂ ਪਰਸੈਂਟੇਜ ਇੰਕਰੀਜ਼ ਉਹਦੇ ਸਰਫੇਸ ਏਰੀਆ 'ਚ ਕਿੰਨਾ ਹੋਊਗਾ? थोड़ा वड्डा ते मोटा लिखिए, ठीक है जी। बहुत सौखा सवाल है, इन्ना टाइम लैण का सवाल है नहीं। एक मिनट होर देना, करो शाबाश। रेडियस दिता हुआ स्फेयर दा हो गया डबल,
ਤਾਂ परसेंटेज इंक्रीज दसना उससे कि ये परसेंटेज इंक्रीज। बहुत ध्यान नाल शुभम गर्ग ते सरबजीत कौर ध्यान नाल परसेंटेज इंक्रीज किहा उत्थे। सारे ही 300 कह रहे हैं। चलो देखिए फिर मान लेने आ रेडियस पहला सी 1, चल 10, हुण रेडियस हो गया डबल R1 R2 हो गया हुण B। ਤਾਂ ਜੀ ਸਰਫੇਸ ਏਰੀਆ ਦਾ ਫਾਰਮੂਲਾ ਕੀ ਹੁੰਦਾ ਪਹਿਲਾਂ ਮੈਨੂੰ ਦੱਸੋ ਸਰ। ਸਰਫੇਸ ਏਰੀਆ ਦਾ ਫਾਰਮੂਲਾ ਕੀ ਹੁੰਦਾ? ਹਾਂਜੀ ਸਰਬੀਮਾਨ ਰੋਜ਼ 4 ਵਜੇ ਮੈਥ ਹੈ ਤੇ ਰੋਜ਼ 8 ਵਜੇ 8 AM ਕਰੰਟ ਅਫੇਅਰ ਹੈ। ਹਾਂਜੀ ਤਾਂ ਜੀ ਇਹ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ ਸਫੇਅਰ ਦਾ 4 ਪਾਈ R ਸਕੁਅਰ। ਹੁਣ ਇੱਕ ਗੱਲ ਧਿਆਨ ਰੱਖੋਗੇ, ਇਹ ਹੋ ਗਿਆ ਜੀ 4 ਪਾਈ R1 ਸਕੁਅਰ, ਇਹ ਹੋ ਗਿਆ ਜੀ 4 ਪਾਈ R2 ਸਕੁਅਰ। ਇਹ ਚੀਜ਼ ਤਾਂ ਕਾਮਨ ਹੀ ਹੈ ਤਾਂ ਇਹਨੂੰ ਆਪਾਂ ਕੱਟ ਸਕਦੇ ਹਾਂ, ਇਹਦਾ ਕੋਈ ਲੋੜ ਹੀ ਹੈ ਨਹੀਂ। R1 ਸਕੁਅਰ ਦੀ ਵੈਲਿਊ ਆ ਗਈ 100, R2 ਸਕੁਅਰ ਦੀ ਵੈਲਿਊ ਆ ਗਈ 400। ਹੁਣ ਕਿੰਨੇ ਪਰਸੈਂਟ ਦਾ ਇੰਕਰੀਜ਼ ਹੋਇਆ? 400 ਮਾਈਨਸ 100 ਬਾਏ 100 ਇੰਟੂ 3 ਇੰਟੂ 100, ਤਾਂ ਇਹ ਆ ਗਿਆ ਜੀ 300 ਦਾ ਇੰਕਰੀਜ਼ ਹੋਇਆ। ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਕਰ ਸਕਦੇ ਹਾਂ। ਉਦਾਂ ਹੀ ਮੰਨ ਲਓ, ਵੈਸੇ ਇਹੀ ਠੀਕ ਹੈ, ਤੁਹਾਨੂੰ ਜ਼ਿਆਦਾ ਕਿਉਂ ਕਰਨਾ। हाँ बस इदा ही ठीक है, बड़ा करके फायदा नहीं घूम फिर के। हाँ भी 300% का जे सवाल च पूछा होंदा भी नवा जिहड़ा सरफेस एरिया वो कितना परसेंट है, तो वह हो जाता जी 400% है। पहला 100 सी ना, 100 तो 400 हो गया, तो वह होंदा 400% है। बट इत्थे क्या कितना परसेंट इंक्रीज है? तो इंक्रीज है सिर्फ 300% का। चलो अगले सवाल वाल चलिए फिर। रेशो दिती है 3 नंबर की 3:4:5 ते सम दिता होया उन्हां दे स्क्वायर दा। ध्यान नाल सम दिता होया उन्हां दे स्क्वायर दा 1250। ता सम ऑफ द नंबर्स कड्डो जिहड़े ओ नंबर ने आए ने, जिहड़े उन्हां दा एडिशन की होगा, सम की होगा? 30, 250, 60 जां फिर 90 होगा। बहुत ध्यान नाल करना सवाल, एक एक लाइन पढ़ो कि लिखिया की है इत्थे। रेशो दिता है 3 नंबर का 3:4:5 ते सम दिता होया उन्हां दे स्क्वेयर्स दा 1250। तां दसो भी सम ऑफ द नंबर्स कितना होगा? शुभम गर्ग का आंसर आया है 60। एक अजकल SSC GD के पेपर चल रहे जिन्होंने पता हो, ਜਿਹੜੇ ਸਾਡੇ ਵੀਰ ਭਰਾ ਭੈਣ ਦੇ ਰਹੇ ਹੋ ਉਹਨਾਂ ਨੂੰ ਪਤਾ ਹੋਣਾ अजकल भी करंट अफेयर टफ आने लगे ਉਹਦੇ ਵਿੱਚ ਵੀ, ਕਿਉਂਕਿ ਪਹਿਲਾਂ ਸਾਰੇ ਕਰਦੇ ਸੀ ਬੇਸਿਕ ਕਰਦੇ ਸੀ ਵੀ ਐਂਡ ਤੇ ਜਾ ਕੇ 1-2 ਦਿਨ ਹਫਤਾ ਐਂਡ ਦਾ ਪੜ ਲਿਆ ਤੇ ਉਹ ਜਿੰਨੇ ਚੇਤੇ ਰਹਿ ਗਏ ਉਹ ਜੀ ਪੇਪਰ ਔਖਾ ਨਹੀਂ ਹੁੰਦਾ, ਉਹ ਥੋੜੀ ਤਿਆਰੀ ਨਹੀਂ ਹੋਈ ਹੁੰਦੀ। ਮੇਰੇ ਨਾਲ ਦਿਆਂ ਨੇ ਕਈਆਂ ਨੇ ਕੀਤਾ। हाँ जी, क्या हुआ आंसर इहदा? ਤਾਂ ਜੀ ਕਿ ਦਿੱਤਾ ਕਿ ਰੇਸ਼ੋ ਆਫ 3 ਨੰਬਰ ਇਜ਼ 3:4:5 ਤੇ ਇਹਨੂੰ ਆਪਾਂ ਲਿਖ ਸਕਦੇ ਹਾਂ 3x 4x ਤੇ 5x। ਕਿਹਾ ਕਿ ਇਹਨਾਂ ਦੇ ਸਮ ਆਫ देयर ਸਕੁਅਰ ਸੀ 1250। ਤਾਂ ਇਹਨਾਂ ਦਾ ਸਕੁਅਰ ਕੱਢੋ ਪਹਿਲਾਂ। ਸਕੁਅਰ ਕੀ ਆਊਗਾ? ਇਹਦਾ ਸਕੁਅਰ ਆਊਗਾ 9x ਸਕੁਅਰ, ਇਹ ਹੋ ਗਿਆ 14x ਸਕੁਅਰ, 16x ਸਕੁਅਰ ਤੇ ਇਹ ਹੋ ਗਿਆ 25x ਸਕੁਅਰ। ਤੇ ਇਹ ਕਿਹਦੇ ਇਕੁਅਲ ਹੈ? ਇਹ ਇਕੁਅਲ ਹੈ 1250 ਦੇ। ਤਾਂ ਇਹਨੂੰ ਤੁਸੀਂ ਐਡ ਕਰੋਗੇ ਕੀ ਆਓਗੇ? ਹੋ ਜਾਊਗਾ 50x ਸਕੁਅਰ ਹੋ ਜਾਊਗਾ ਇਕੁਅਲ ਟੂ 1250। ਇਹਨੂੰ ਕੱਟ ਕਰ ਲਓ, ਕੀ ਆ ਗਿਆ 25 ਆ ਗਿਆ। ਤਾਂ ਜੀ x ਦੀ ਵੈਲਿਊ ਆ ਗਈ 5। ਇਹਨੂੰ ਇੱਥੇ ਪੁੱਟ ਕਰਨਾ। हाँ 5 3 हो गया 15 हो गया, 5 4 20 हो गया ਤੇ 5 5 25 हो गया। बस ਇਹਨਾਂ ਦਾ ਐਡੀਸ਼ਨ ਕਰਨਾ ਹੈ। 20 30 40 50 ਇਹ ਆ ਗਿਆ 60। ਤੁਹਾਡਾ ਆਨਸਰ ਹੈ 60। 300 ਕਿਹਦਾ ਆ ਗਿਆ ਆਨਸਰ? ठीक है जी। 300 किदा आया थोड़ा आंसर? मैनू ये दसो पहला 300 किदा आया? 300 तो ऑप्शन भी है नहीं। हाँ जी गलत हो गया।
I forgot to take the square. हाँ जी, सिली मिस्टेक से तो मारनी थोनू पेपर च, सौखा जिहा सवाल सी। ठीक है, रिपीट करा कि हो गया थोड़ा? ਐਵੇਂ ਦਾ ਹੀ ਕੁਆਂਟ ਆਵੇਗਾ, ਕੁਆਂਟ ਇਦਾਂ ਦਾ ਹੀ ਆਊਗਾ, ਕੁਝ ਨਹੀਂ ਕਰਨਾ। ਧਿਆਨ ਦਿੱਤਾ ਕਿ ਦ ਸਮ ਆਫ 3 ਨੰਬਰਸ ਇਜ਼, ਇਹਨਾਂ ਨੰਬਰਾਂ ਦਾ ਸਮ ਕੱਢਣਾ ਸੀ 3x 4x ਤੇ 5x ਦਾ। ਤੁਹਾਡਾ 300 ਕਿੱਦਾਂ ਆ ਗਿਆ? 300 ਤਾਂ ਆਪਸ਼ਨ ਵੀ ਨਹੀਂ ਦਿੱਤਾ ਹੋਇਆ ਯਾਰ ਮੈਂ। ਸਰ ਪੀਐਸਪੀਸੀਐਲਪੀ ਦਾ ਕੱਟ ਆਫ ਕੀ ਰਹੋ ਐਕਸਪੈਕਟਡ? ਨੋ ਆਈਡੀਆ। ਇੱਕ ਚੀਜ਼ ਹੁੰਦੀ ਹੈ ਨਾਰਮਲਾਈਜੇਸ਼ਨ, ਕਿਉਂਕਿ ਬਹੁਤ ਸਾਰੀ ਸ਼ਿਫਟਾਂ 'ਚ ਹੋਇਆ ਪੇਪਰ, ਤਾਂ ਕਈ ਸ਼ਿਫਟਾਂ 'ਚ ਬਹੁਤ ਸੌਖਾ ਪੇਪਰ ਆਇਆ, ਕਈ ਸ਼ਿਫਟਾਂ 'ਚ ਆਇਆ ਔਖਾ ਪੇਪਰ। ਤਾਂ ਜੀ ਹੋਇਆ ਕੀ ਹੈ, ਜਿਹੜਾ ਸਾਨੂੰ ਨਹੀਂ ਪਤਾ, ਜਿਹੜੀ ਇੱਕ ਜਿਹੜਾ ਸੌਖਾ ਪੇਪਰ ਆਇਆ ਉਹਦੇ ਅੰਦਰ ਬੱਚਿਆਂ ਨੇ ਮੈਕਸਿਮਮ ਮੰਨ ਲਓ ਔਨ ਐਨ ਐਵਰੇਜ 90 ਅਟੈਂਪਟ ਕਰਤੇ। ਜਿਹੜਾ ਔਖਾ ਪੇਪਰ ਆਇਆ ਉਹਦੇ ਅੰਦਰ ਔਨ ਐਨ ਐਵਰੇਜ 70 ਅਟੈਂਪਟ ਕਰਤੇ। ਹੁਣ ਇਹਦੇ ਵਿੱਚ ਦਾ ਹੀ ਕੱਟ ਆਫ ਆਊਗਾ ਨਾ ਕਿਤੇ। ਤਾਂ ਜਿਨ੍ਹਾਂ ਦਾ ਸੌਖਾ ਹੋਇਆ ਪੇਪਰ ਨਾਰਮਲਾਈਜੇਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਨੰਬਰ ਘਟਦੇ ਹੁੰਦੇ ਆ, ਜਿਹੜਾ ਔਖਾ ਹੈ ਉਹਨਾਂ ਦੇ ਵੱਧਦੇ ਹੁੰਦੇ ਆ। ਤਾਂ ਇਹਦੇ ਵਿਚਕਾਰ ਦੇ ਕੱਟ ਆਫ ਆਉਂਦਾ, ਤੇ ਕੱਟ ਆਫ ਪ੍ਰਿਡਿਕਟ ਕਰਨੀ ਬਹੁਤ ਔਖੀ ਹੈ। x 25 ਲੈ ਕੇ 300 ਹੋ ਗਿਆ ਸੀ ਮੇਰਾ ਵੀ। x 25 ਕਿਉਂ? x ਸਕੁਅਰ ਹੈ 25, x ਸਕੁਅਰ ਕੱਢਿਆ ਨਾ ਆਪਾਂ। ਕੀ ਕਿਹਾ ਇੱਥੇ? ਬਾਰ-ਬਾਰ ਮੈਂ ਬਹੁਤ ਸਟ੍ਰੈਸ ਦਿੱਤਾ ਸੀ, ਦ ਸਮ ਆਫ देयर ਸਕੁਅਰਸ ਇਜ਼, ਸਕੁਅਰ ਦਾ ਸਮ ਦਿੱਤਾ ਸੀ 1250 ਰੁਪਏ, ਨਾ ਕਿ ਇਹਨਾਂ ਦੇ ਕੱਲਾ। ਸਰ ਪੀਐਸਪੀਸੀਐਲ ਦਾ ਪੇਪਰ 2 ਹੋਣੇ ਨੇ ਜੀ? हाँ जी 2 पेपर होने ने जी, बिल्कुल होने जी। रिपीट कर देने। देखो हुण सवाल बहुत ध्यान नाल देखो किता की है। ये मैं रब कर रहा, किसी का आया वैसे 25 आया सी, किसी सॉरी 60 आया सी किसी का आंसर। आकांक्षा का आया सी पंजाबी सूट्स का, अवनजोत ते प्रिया सुमनदीप, हर जोबन मनजिंदर शीना वालियां दा आया सी। एडी गल है नहीं कोई। देखो तुसी गलती की कर रहे सी, गलती मैं समझ गया। ਇੱਥੇ ਦਿੱਤਾ ਵੀ 3 ਨੰਬਰ ਨੇ 3:4:5, ਇਹਨੂੰ ਆਪਾਂ ਲੈਣਾ ਪੈਣਾ 3x 4x ਤੇ 5x, ਤੇ ਇੱਥੇ ਲਿਖਿਆ ਸਮ ਆਫ देयर ਸਕੁਅਰਸ ਇਜ਼। ਇਹਦਾ ਸਕੁਅਰ ਕਿੰਨਾ ਹੋਊਗਾ? 9x ਸਕੁਅਰ। ਇਹਦਾ ਸਕੁਅਰ ਕਿੰਨਾ ਹੋਊਗਾ? 16x ਸਕੁਅਰ। ਤੇ ਇਹਦਾ ਸਕੁਅਰ ਕਿੰਨਾ ਹੋਊਗਾ? 25x ਸਕੁਅਰ। ਮੈਂ ਸਮਝ ਲਿਆ ਤੁਸੀਂ x ਨੂੰ x ਹੀ ਰਹਿਣ ਦਿਆ ਤੇ ਤੁਸੀਂ 25 ਕਰ ਲਿਆ। x ਨੂੰ ਵੈਸੇ x ਹੀ ਰਹਿਣ ਦੇਣਾ ਚਾਹੀਦਾ ਹੈ ਰੀਅਲ ਲਾਈਫ ਵਿੱਚ, ਬਟ ਇੱਥੇ ਧਿਆਨ ਦਿਓ, ਇੱਥੇ x ਨੂੰ x ਸਕੁਅਰ ਕਰਨਾ ਹੈ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਐਡ ਕਰੋਗੇ, x ਸਕੁਅਰ ਦੀ ਵੈਲਿਊ ਆਉਂਦੀ ਹੈ 25, x ਦੀ ਵੈਲਿਊ ਆਉਂਦੀ ਹੈ 5, ਤੇ ਇਹਦੇ ਵਿੱਚ ਪੁੱਟ ਕਰਨਾ ਹੈ, ਤੇ ਤੁਹਾਡਾ ਆਨਸਰ ਆ ਗਿਆ ਜੀ 60। ਚਲਿਏ ਹੁਣ ਚਲੋ ਨੈਕਸਟ ਕੁਐਸਚਨ। ਇੱਥੇ ਦਿੱਤਾ ਹੈ ਮਾਰਕਡ ਪ੍ਰਾਈਸ ਇੱਕ ਆਈਟਮ ਦਾ 9000, ਤਾਂ ਹਾਊ ਮਚ ਵਿਲ ਦਾ ਆਈਟਮ ਸੈਲ ਬਾਈ ਗਿਵਿੰਗ ਸਕਸੈਸਿਵ ਡਿਸਕਾਊਂਟ ਆਫ 20% ਤੇ 10%। ਇੱਕ ਮਾਰਕਡ ਪ੍ਰਾਈਸ ਦਿੱਤਾ ਹੈ ਕਿਸੇ ਆਈਟਮ ਦਾ 9000 ਹੈ, ਤਾਂ ਉਹ ਕਿੰਨੇ ਚ ਸੈਲ ਹੋਊਗੀ ਆਫਟਰ 2 ਲਗਾਤਾਰ ਡਿਸਕਾਊਂਟ 20% ਤੇ 10% ਤੇ। ਕਰੋ ਮਾੜਾ ਜਿਹਾ ਛੇਤੀ ਛੇਤੀ। ਇਹ ਸਾਰੇ ਦੋ ਘੱਟੋ ਘੱਟ ਇਹ ਆਨਸਰ ਸਾਰੇ ਦੇ ਦਿਓ, ਜਿੰਨੇ 45 ਬੱਚੇ ਬੈਠੇ ਨੇ ਸਾਰੇ ਕਰ ਦਿਓ। ਸਤਿੰਦਰਜੀਤ ਸਿੰਘ ਐ ਕਰੋ ਯਾਰ, ਦੂਜੇ ਤੇ ਕਮੈਂਟ ਨਹੀਂ ਕਰੀਦਾ, ਗਲਤੀਆਂ ਹੋ ਜਾਂਦੀਆਂ ਨੇ, ਠੀਕ ਹੈ। ਤੁਸੀਂ ਸਵਾਲ ਕਰੋ ਸਾਰੇ। ਪਹਿਲਾਂ ਮਾਰਕਡ ਪ੍ਰਾਈਸ ਦਿੱਤਾ ਹੋਇਆ ਕਿਸੇ ਆਈਟਮ ਦਾ 9000। ਆ ਲੈ ਸ਼ੀਨਾ ਜੱਗਾ ਨੇ ਤਾਂ ਕੱਢ ਕੇ ਵੀ ਮਾਰਿਆ, ਵੈਰੀ ਗੁੱਡ ਯਾਰ। ਸੁਮਨਦੀਪ ਦਾ ਵੀ ਆ ਗਿਆ, ਵੈਰੀ ਗੁੱਡ। ਸ਼ੁਭਮ ਗਰਗ ਦਾ, ਇਹਨਾਂ 3-4 ਬੱਚੇ ਨੇ, ਇਹਨਾਂ ਨੇ ਤਾਂ ਬਸ ਇਹੀ ਹੋਣਾ ਚਾਹੀਦਾ ਵੈਸੇ। ਪੇਪਰ ਸਵਾਲ ਤੁਸੀਂ ਪੜ੍ਹਿਆ ਤੇ ਨਾਲ ਨਾਲ ਤੁਹਾਡਾ ਪੈਨ ਨਾਲ ਹੀ ਸ਼ੁਰੂ ਹੋ ਗਿਆ। 64 ਬਿਲਕੁਲ। ਤਾਂ ਦੇਖੋ ਇੱਕ ਨਾ ਸਕਸੈਸਿਵ ਡਿਸਕਾਊਂਟ ਦਾ ਫਾਰਮੂਲਾ ਹੁੰਦਾ ਹੈ, ਉਹ ਫਾਰਮੂਲਾ ਜੇ ਤੁਹਾਨੂੰ ਪਤਾ ਹੋਵੇ, ਆਪਾਂ ਪਹਿਲਾਂ ਕੀਤਾ ਸੀ ਵੀ ਸਕਸੈਸਿਵ ਪਰਸੈਂਟੇਜ ਦਾ ਫਾਰਮੂਲਾ ਤੁਹਾਨੂੰ ਦੱਸਿਆ ਸੀ। ਕੀ ਹੁੰਦਾ ਸੀ ਉਹ? x + y + xy/100 ਹੁੰਦਾ ਸੀ। ਤੇ ਹੁਣ ਡਿਸਕਾਊਂਟ ਪਰਸੈਂਟੇਜ ਦਾ ਫਾਰਮੂਲਾ ਹੁੰਦਾ ਜੀ ਇਹ ਹੈ ਜੀ ਫਾਰਮੂਲਾ ਤੁਹਾਡੇ ਲਈ। ਤਾਂ ਜੀ ਇਧਰ ਤੁਸੀਂ x ਨੂੰ ਲੈ ਲਓ, b ਲੈ ਲਓ, +10 - 200/100, ਇਹ ਆ ਗਿਆ 30 - 2, ਇਹ ਆ ਗਿਆ 28। मतलब कि 28% ਦਾ ਡਿਸਕਾਊਂਟ ਮਿਲਿਆ ਹੋਣਾ 90000 ਤੇ। मतलब कि ਇਹਨੂੰ ਚੀਜ਼ ਕਿੰਨੇ % ਦੀ ਪਈ ਹੋਣੀ? ਇਹਨੂੰ ਪਈ ਹੋਣੀ ਇਹ 72% ਦੀ।
इंटू 72/100 72 क्यों ਇਹਨਾਂ ਜੇ ਡਿਸਕਾਊਂਟ ਮਿਲ ਗਿਆ ਮਤਲਬ ਕਿ ਉਹਨੂੰ 100 ਤੋਂ 28% ਘਟ ਕੇ ਹੀ ਮਿਲੇ ਉਹ ਚੀਜ਼ ਤਾਂ ਇਹ ਹੋ ਗਈ ਜੀ 72% ਤਾਂ ਇਹਦਾ ਆਨਸਰ 2 9 18 8 ਤੋਂ 2 ਨੇ 7 9 63 6480 ਹੀ ਹੋ ਗਿਆ ਤੁਹਾਡਾ ਆਨਸਰ 6480 ਤੁਹਾਨੂੰ ਸੋਲਵ ਕਰਨ ਦੀ ਲੋੜ ਨਹੀਂ ਇਹਨੂੰ 72 into 9 ਕਰਦੇ ਫਿਰੋਗੇ ਜੇ ਕਰ ਸਕਦੇ ਤਾਂ ਬਹੁਤ ਵਧੀਆ ਗੱਲ ਹੈ ਬਟ ਦੇਖੋ ਮੈਂ ਕੀ ਕੀਤਾ 2 ਹੈ ਇਧਰ 9 ਹੈ 9 2 18 ਜਿਹੜਾ ਯੂਨਿਟ ਡਿਜਿਟ 8 ਤਾਂ ਆਊਗਾ ਹੀ ਆਊਗਾ ਕਿਤੇ ਨਾ ਕਿਤੇ ਤਾਂ ਇੱਥੇ 8 ਇੱਧਰ ਹੈ ਇੱਕ ਇੱਥੇ 8 ਇੱਧਰ ਹੈ ਹੁਣ ਮੈਂ ਕੀ ਕੀਤਾ ਹੁਣ ਮੈਨੂੰ 7 ਨੂੰ ਇਹਦੇ ਨਾਲ ਕੀਤਾ ਹੁਣ 7 9 ਦਾ 63 ਜੇ 60s ਚ ਆ ਰਹੀ ਹੈ ਬਸ 6480 ਤੁਹਾਡਾ ਆਨਸਰ ਆ ਗਿਆ ਹਾਂ ਠੀਕ ਹੈ ਜੀ ਇੱਕ ਹੋਰ ਤੁਹਾਨੂੰ ਦੱਸਦਾ ਮੰਨ ਲਓ ਤੁਹਾਨੂੰ ਇਹ ਫਾਰਮੂਲਾ ਯਾਦ ਨਹੀਂ ਆਇਆ ਵੀ ਐਕਸੈਸਿਵ ਪਰਸੈਂਟੇਜ ਦਾ ਫਾਰਮੂਲਾ ਇਹ ਹੁੰਦਾ ਤੁਸੀਂ ਕਰਨਾ ਕੀ ਹੈ ਮਾੜੀ ਜੀ ਗੱਲ 100 ਲੈ ਕੇ ਕਰਨਾ ਸ਼ੁਰੂ ਕਰ ਦਿਓ ਸਵਾਲ 100 ਲੈ ਕੇ ਕੀ ਕਰੋਗੇ 100 ਲੈ ਕੇ ਕਿਹਾ ਵੀ ਪਹਿਲਾਂ ਡਿਸਕਾਊਂਟ ਕਿੰਨਾ ਮਿਲਾ 20% ਦਾ ਮਾਈਨਸ ਹੋ ਗਿਆ 20% ਇਹਦੀ ਆ ਗਈ ਵੈਲਿਊ ਜੀ 80 ਹੁਣ ਕੀ ਕਿਹਾ 20% ਦੇ ਉੱਤੇ 20% ਦੇ ਉੱਤੇ ਹੁਣ 10% ਡਿਸਕਾਊਂਟ ਹੈ ਮਤਲਬ ਕਿ -10% ਇਹ ਆ ਗਿਆ ਜੀ 72 मतलब कि 100 ਦੀ ਚੀਜ਼ 72 ਦੀ ਹੋਗੀ मतलब कि 28% ਦਾ ਡਿਸਕਾਊਂਟ ਮਿਲ ਗਿਆ ਜੇ ਤੁਹਾਨੂੰ ਫਾਰਮੂਲਾ ਯਾਦ ਆ ਜਾਂਦਾ ਬਹੁਤ ਵਧੀਆ ਗੱਲ ਹੈ ਬਟ ਕਨਸੈਪਟ ਇਹੀ ਹੈ ਇਹ ਜਿਹੜੀ ਮੈਂ ਚੀਜ਼ ਕਰਾਈ ਹੈ ਇਹ ਵਾਲੀ ਤੁਹਾਨੂੰ ਦੱਸੀ ਹੈ ਕਨਸੈਪਟ ਇਹ ਹੈ ਇਹ ਚੀਜ਼ ਤੁਸੀਂ ਧਿਆਨ ਲੈ ਕੇ ਜਾਣੀ ਹੈ ਕਿਉਂਕਿ ਫਾਰਮੂਲਾ ਭੁੱਲ ਜਾਂਦੇ ਆ ਇਹ ਵੀ ਮੈਂ ਭੁੱਲ ਗਿਆ ਸੀ ਇਹ ਤੁਹਾਨੂੰ ਕਰਾਉਣ ਤੋਂ ਪਹਿਲਾਂ ਅੱਜ ਮੈਂ ਬਾਹਰ ਦੇਖਿਆ ਮੈਂ ਕਿਹਾ ਇੱਕ ਫਾਰਮੂਲਾ ਹੁੰਦਾ ਸੀ ਇਹੋ ਜਿਹਾ ਹੁੰਦਾ ਸੀ ਕੁਝ ਮਜ਼ਾਕ ਕਰਦਾ ਚੇਤੇ ਸੀ ਬਟ ਭੁੱਲ ਜਾਂਦੇ ਆ ਤਾਂ ਸਟੂਡੈਂਟ ਆਪਾਂ ਭੁੱਲ ਜਾਂਦੇ ਆ ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਆ ਫਿਰ आ देखो लॉस ऑन सेलिंग एन आर्टिकल फॉर 60 रुपया इज इक्वल टू प्रॉफिट ऑन सेलिंग द आर्टिकल फॉर 80 रुपया ਇਹਦੀ ਕਾਸਟ ਪ੍ਰਾਈਸ ਕੱਢੋ ਕੀ ਹੋਊਗੀ ਹਾਂ ਐਦਾਂ ਵੀ ਕਰ ਲਓ ਦੇਖੋ ਤਰੀਕੇ ਬਹੁਤ ਨੇ ਸ਼ੀਨਾ ਜੱਗਾ ਤੇ ਦੀਪਿਕਾ ਬਿਲਾਂਦੀ ਤਰੀਕੇ ਬਹੁਤ ਨੇ ਮੈਂ ਤੁਹਾਨੂੰ ਦੋ ਦੱਸੇ ਨੇ परसेंटेज प्रॉफिट लॉस सिंपल इंटरेस्ट कंपाउंड इंटरेस्ट ਇਹ ਜੋ ਟੌਪਿਕ ਨੇ ਵੀ ਇੱਕ ਕੁਐਸਚਨ ਘੱਟੋ ਘੱਟ 4-5 ਤਰੀਕੇ ਤੋਂ ਹੋ ਸਕਦਾ ਚਲੋ ਕਹਿੰਦੇ ਜੀ ਪਿਛੇ ਜਲਦੀ ਅਪਲੋਡ ਕਰਵਾ ਦਿਓ ਬਿਕੋਜ਼ ਉਹਦੇ ਜੋ ਟੈਸਟ ਪੇਪਰ ਦੀ ਡੇਟ ਤੋਂ ਬਾਅਦ ਅਪਲੋਡ ਹੋਣਗੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਏਗਾ ਓਏ ਨਹੀਂ ਹੁੰਦੇ ਇੰਨੀ ਲੇਟ ਨਹੀਂ ਹੁੰਦੇ ਟੈਨਸ਼ਨ ਨਾ ਲੈ ਮੈਂ ਕਿਹਾ ਹੋਇਆ ਇਹਨਾਂ ਨੂੰ ਵੈਸੇ ਇਹਨਾਂ ਤੇਜ਼ ਹੈ ਸਾਡੇ ਵਾਲੇ ਇੰਨੀ ਉਹ ਨਹੀਂ ਹੈ 1-2 ਦਿਨ ਚ ਹੋ ਜਾਣੇ ਇਹ ਟੈਨਸ਼ਨ ਨਾ ਲਓ ਸਟਾਰਟਿੰਗ ਵਾਲੇ ਵੈਸੇ ਮੈਂ ਕਰ ਦੇਣਾ ਇੱਕ ਕਰਕੇ ਅਪਲੋਡ ਕਰਵਾਉਣ ਨੂੰ ਕਿਹਾ ਮੈਂ ਇਹਨਾਂ ਨੂੰ ਮੈਂ ਕਿਹਾ ਜ਼ਰੂਰੀ ਨਹੀਂ ਇਕੱਠੇ ਪਾ ਦੇਣੇ ਕਿਉਂਕਿ ਕਈ ਸਾਡੇ ਵਰਗੇ ਹੁੰਦੇ ਮੇਰੇ ਵਰਗਾ ਮੈਂ ਦੱਸਦਾ ਤੁਹਾਨੂੰ ਮੈਂ ਕੀ ਕਰਦਾ ਹੁੰਦਾ ਮੈਂ ਇੱਕ ਟੈਸਟ ਸ਼ੁਰੂ ਕਰਦਾ ਮੈਂ ਦੇਖਿਆ ਇੱਕ ਭੈੜਾ ਜਾਣ ਲੱਗ ਗਿਆ ਮੈਂ ਬੰਦ ਕਰਤਾ ਮੈਂ ਦੂਜਾ ਸ਼ੁਰੂ ਕਰਤਾ ਮੈਂ ਦੇਖਿਆ ਮੈਂ ਇਹ ਵੀ ਖਰਾਬ ਜਾ ਰਿਹਾ ਮੈਂ ਦੂਜਾ ਵੀ ਬੰਦ ਕਰਤਾ ਮੈਂ ਤੀਜਾ ਸ਼ੁਰੂ ਕਰਤਾ ਉਹ ਵੀ ਖਰਾਬ ਜਾ ਰਿਹਾ ਤੀਜਾ ਵੀ ਬੰਦ ਕਰਤਾ ਇਦਾਂ ਕਰਕੇ 10 ਟੈਸਟ ਨੇ ਉਹਦੇ ਅੰਦਰ ਤੇ 3 ਟੈਸਟ ਮੈਂ ਖਰਾਬ ਕਰਤੇ ਹੁਣ 7 ਟੈਸਟ ਰਹਿ ਗਏ ਫਿਰ ਐਂ ਹੀ ਕਰਦਾ ਹੁੰਦਾ ਇੱਕ ਗੱਲ ਮੇਰੀ ਧਿਆਨ ਚ ਕਰਿਓ ਜਿਹੜੀ ਟੈਸਟ ਸੀਰੀਜ਼ ਸੋਲਵ ਕਰੋਗੇ ਨਾ ਟੈਸਟ ਸੀਰੀਜ਼ ਨਾ ਇੱਕ ਟੈਸਟ ਨਾ ਪੂਰਾ ਦੇਣਾ ਤੁਸੀਂ ਦੂਜਾ ਟੈਸਟ ਵੀ ਪੂਰਾ ਦੇਣਾ ਐ ਨਹੀਂ ਕਰਨਾ ਵੀ ਸ਼ੁਰੂ ਕੀਤਾ ਸਬਮਿਟ ਕਰਤਾ ਵੀ ਆਨਸਰ ਆ ਗਏ ਉਹਦੇ ਉਸ ਤੋਂ ਬਾਅਦ ਤੁਸੀਂ ਸੋਲਵ ਕਰਕੇ ਦੇਖ ਰਹੇ ਹੋ ਆਨਸਰ ਕੀ ਹੈ ਇਹ ਤਰੀਕਾ ਹੈ ਇੱਕ ਬਟ ਇਹ ਤੁਹਾਨੂੰ ਪੇਪਰ 'ਚ ਨਹੀਂ ਹੈਲਪ ਕਰੂਗਾ ਪੇਪਰ ਤੁਹਾਨੂੰ ਆਨਸਰ ਨਹੀਂ ਪਤਾ ਲੱਗਦੇ ਤੁਸੀਂ ਚਾਹੁੰਦੇ ਕੀ ਮੈਂ ਕਰਦਾ ਹੁੰਦਾ ਸੀ ਮੈਂ ਤਾਂ ਹੀ ਆਪਣੀ ਗਲਤੀਆਂ ਦੱਸ ਰਿਹਾ ਮੈਂ ਪਹਿਲਾ ਕੁਐਸਚਨ ਤੁਸੀਂ ਕਰੋਗੇ ਤੁਹਾਨੂੰ ਡਾਊਟਫੁਲ ਹੋਊਗਾ ਇਹ ਹੋ ਸਕਦਾ ਆਨਸਰ ਜਾਂ ਨਹੀਂ ਹੋਊਗਾ ਤੁਸੀਂ ਕੀ ਕਰੋਗੇ ਤੁਸੀਂ ਨਾ 2-3 ਕੁਐਸਚਨ ਕਰੋਗੇ ਤੁਹਾਨੂੰ ਦੋਵਾਂ 'ਚ ਡਾਊਟ ਹੋ ਗਿਆ ਤੁਸੀਂ ਸਬਮਿਟ ਕਰ ਦਿੰਦੇ ਹੋ ਸਬਮਿਟ ਕਰਨ ਤੋਂ ਬਾਅਦ ਤੁਸੀਂ ਰੀ ਅਟੈਂਪਟ ਕਰਦੇ ਹੋ ਤੇ ਨਾਲ ਕੁਐਸਚਨ ਕੀਤਾ ਆ ਗਿਆ ਆਨਸਰ ਨਾਲ ਕੁਐਸਚਨ ਕੀਤਾ ਆ ਗਿਆ ਆਨਸਰ ਬਟ ਪ੍ਰੋਬਲਮ ਕੀ ਹੋਊਗੀ ਜਦੋਂ ਆਪਾਂ ਵਿਦਆਊਟ ਟਾਈਮ ਕੰਸਟ੍ਰੇਂਟ ਕਰ ਦਿੰਦੇ ਤਾਂ ਸਾਡੇ ਸਿਰ ਤੇ ਟਾਈਮ ਨਹੀਂ ਹੁੰਦਾ ਵੀ ਘੜੀ ਲੱਗੀ ਹੁੰਦੀ ਹੈ ਨਾ ਘੜੀ ਕਹਿੰਦੇ ਸਰ ਲੱਗੀ ਹੋਈ ਆ ਜਦੋਂ ਸਾਡੇ ਸਿਰ ਤੇ ਉਹ ਨਹੀਂ ਹੁੰਦਾ ਵੀ 2 ਘੰਟੇ 'ਚ ਇੰਨੇ ਸਵਾਲ ਕਰਨੇ ਤਾਂ ਅਸੀਂ ਜ਼ਿਆਦਾ ਟਾਈਮ ਲੈ ਸਕਦੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਟੈਸਟ ਪੂਰੇ ਅਟੈਂਪਟ ਕਰਨੇ ਭਾਵੇਂ ਵਧੀਆ ਜਾਵੇ ਟੈਸਟ ਭਾਵੇਂ ਭੈੜਾ ਜਾ ਰਿਹਾ ਹੋਵੇ ਟੈਸਟ ਪੂਰਾ ਅਟੈਂਪਟ ਕਰੋ ਕਿਉਂਕਿ ਪੇਪਰ 'ਚ ਵੀ ਨਾ ਤੁਹਾਡੇ ਨਾਲ ਐ ਨਹੀਂ ਹੋਣਾ ਜੇ ਤੁਹਾਡੇ ਕੋਲ ਪੇਪਰ ਆ ਗਿਆ ਤੁਹਾਡਾ ਖਰਾਬ ਜਾਣ ਲੱਗਿਆ ਤੁਹਾਨੂੰ ਐ ਨਹੀਂ ਕਹਿਣਾ ਕੋਈ ਨਾ ਆ ਜਾ ਪੁੱਤ ਆ ਨਵਾਂ ਪੇਪਰ ਲੈ ਲੈ ਐ ਨਹੀਂ ਹੋਣਾ ਤਾਂ ਪੇਪਰ ਪਲੀਜ਼ ਪੂਰਾ ਕਰਿਓ ਸਵਾਲ ਵੱਲ ਚੱਲਦੇ ਆ ਬਸ ਤਿੰਨਾਂ ਦੇ ਆਨਸਰ ਨੇ ਦਮਨ ਅਗਰਵਾਲ ਖੁਸ਼ਦੀਪ ਸਿੰਘ ਤੇ ਆਕਾਂक्षा ਗੁਪਤਾ ਦਾ ਆਨਸਰ ਹੈ ਸਵਾਲ ਤੇ ਕਿਹਾ ਕਿ ਵੀ ਲਾਸ ਔਨ ਸੈਲਿੰਗ ਐਨ ਆਰਟੀਕਲ ਫॉर 60 ਰੁਪੀਜ਼ ਮਤਲਬ ਸੈਲਿੰਗ ਐਨ ਆਰਟੀਕਲ ਮਤਲਬ ਕਿ ਇਹ ਹੋ ਗਈ ਇਹਦੀ ਐਸਪੀ is equal to profit on selling an article for 80 rupees मतलब कि profit ए 80 हो गया जेड़ा 80 हो गया ਇਹਦਾ SP मतलब कि loss ਕੀ ਹੁੰਦਾ loss ਹੁੰਦਾ CP minus SP ਤੇ profit ਕੀ ਹੁੰਦਾ profit ਹੁੰਦਾ SP minus CP बस SP ਦੇ ਥਾਂ SP ਧਰ ਦੋ ਤਾਂ ਮਤਲਬ ਕਿ CP minus 60 SP ਦੇ ਥਾਂ SP ਧਰ ਦੋ ਮਤਲਬ ਕਿ 80 minus CP ਇਧਰ ਲਿਆ ਇਹਨੂੰ 2CP is equal to 140 ਤੇ CP ਦੀ ਵੈਲਿਊ ਆ ਗਈ ਕਿੰਨੀ 70 ਇਹ ਅਟੈਂਪਟ ਕਿਉਂ ਨਹੀਂ ਹੋਇਆ ਸਿਰਫ 1 2 3 4 5 ਆਨਸਰ ਕਿਉਂ ਆਏ ਨੇ ਬਹੁਤ ਸੌਖਾ ਸਵਾਲ ਸੀ ਕੁਝ ਵੀ ਨਹੀਂ ਕੀਤਾ ਇਹਦੇ ਅੰਦਰ
लॉस इक्वल टू प्रॉफिट किया तो एसपी की था एसपी पुट किया, एसपी था एसपी पुट किया, सीपी आ गया। क्वेश्चन च दिता सी सीपी कितना आऊगा। ये क्वेश्चन क्यों नहीं होया दसो, मैं रिपीट करा की करा, एक बार दसो सारे आराम नाल, दोबारे कहने दोबारे समझा दूंगा। चलो बहुत ज्यादा सौखा सवाल सी यार ये तो। एक बार रिपीट कर देना। तो देखो कहा की है ਇਹਦੇ ਅੰਦਰ ਦਿੱਤਾ ਹੋਇਆ ਵੀ ਜਿਹੜਾ ਲਾਸ ਹੈ ਕਿਹਦਾ, ਜਿਹੜਾ ਕਿ ਲਾਸ ਹੈ ਸੈਲਿੰਗ ਐਨ ਆਰਟੀਕਲ ਫॉर 60 ਰੁਪਏ। ਇਹਨਾਂ ਸਾਨੂੰ ਪਤਾ ਸੈਲਿੰਗ मतलब कि ਸੈਲਿੰਗ प्राइस ही होगा, ਸੈਲਿੰਗ प्राइस फॉर 60 रुपीज। फिर अगली लाइन च लिखा है इज इक्वल टू, सीधी जी गल है, इधर कुछ बिच इक्वल एक इक्वेशन आऊगी, विच इक्वल आऊगा, फिर एक इक्वेशन आऊगी। इधर क्या है इक्वल टू सैलिंग एन आर्टिकल फॉर 80, मतलब कि इत्थे हो गया एसपी 80। हुण सानू बेसिक जी चीज पता होनी चाहिए, लॉस का मतलब होंदा है कॉस्ट प्राइस माइनस सैलिंग प्राइस, मतलब कि जिन्ने ते असीं खरीदिया उते घट ते असीं बेचिया, मतलब कि सीपी वड्डा होगा एसपी तो, एसपी की थां 60 भरना है। ते क्या प्रॉफिट, प्रॉफिट का मतलब कितना होंदा जिन्ने ते असीं खरीदिया उह तों वध ते असीं बेचिया, मतलब कि असीं खरीदिया किन्ने ते सी, किन्ने ते भी खरीदिया होया एसपी साडा है 80। बाजी ये कीता है, इहनूं सॉल्व कीता, आंसर तुहाडा 70 आ जाऊगा, बहुत सिंपल। सर शेड्यूल च बाद वाली डेट्स मैंशनड है, हजे तो एक ही टेस्ट अपलोड होया, ठीक है। तुसीं मैथ्स कराउंदे हो, एक सर मॉर्निंग भी मैथ्स करा रहे सी। हाँ जी हाँ जी, सवेरे 2 टीचर करांदे ने मैथ्स, एक मैं कराना हुंदा, एक अरमान सर करांदे हुंदे, बाकी दूजा आपां 8 AM आपां करंट अफेयर भी पढ़ाई दी है। चलो नेक्स्ट सवाल आ करो, इफ 20% ऑफ अ नंबर इज सबट्रैक्टेड टू द नंबर बिकम्स 160। ये तो भाई देखो 5-6 तरीके होंगे, मैं एक तरीका दसूंगा क्योंकि करदे 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 कुछ नहीं पता लगता, पेपर च तुसीं किहड़ा सॉल्व कर दो। पहला अपने अपने दस्यो किहड़े तरीके नाल करोगे इहनूं, मैं फिर दसदा किन्ने तरीके। इफ 20% ऑफ अ नंबर इज सबट्रैक्टेड टू द नंबर बन जाता हो 160, तां नंबर लभो किहड़ा होऊगा हो। एक होर तुहाडे सारे लिए अपडेट, असी मैं क्लास स्टार्ट होने तो पहला भी दस्सिया, अज हुणे मैं आपां ऐं देख रहा सी PSSB क्लर्क का जिहड़ा बैच शुरू होया, जिहड़ा कि कह दो सो जिहड़ा कि 16 नवंबर तो शुरू होया, यानी कि परसों तो शुरू होया। वो मैं वैसे ही अपना कोड ला के देखा Y383 Y383 ला के देखा, वो हो गया बैच सिर्फ 1380 रुपये का। मैनू नहीं पता कोई ग्लिच है, कोई फॉल्ट है, कुछ चक्कर होया, मैनू नहीं पता, क्योंकि कल तक वो सी, कल रात तक वो सी 1840 रुपये का, बट हुण वो हो गया है सिर्फ 1380 रुपये का। कोड लाया सी Y383, हुण थोड़ी मर्जी जो लेना चाहो। सवाल वाला ये क्या है, इफ 20% ऑफ अ नंबर इज सबट्रैक्टेड टू द नंबर, मान लो कोई नंबर है x, x का 20% हो जाऊगा 0.2x, सॉरी सबट्रैक्टेड, x का 20% हो जाऊगा 0.2x, देन द नंबर बिकम्स 160। एक तां जी तरीका ए है की होगा, 0.8x इज इक्वल टू 160 बाय 10, 8 2 आर 16, तां जी नंबर आ गया जी 200। दूजा तरीका आप किद्दां करदे होंदे आ, 20% ऑफ द नंबर क्या है, 20% की जिहड़ी आप फ्रैक्शनल वैल्यू होंदी है, जिन्हें मेरी क्लास स्टार्टिंग तो लाई उन्होंने पता होना 1/5 होंदी है। 5 का 20% होंदा है 1, मतलब कि 5 - 1 करो तो 4 आंदा है, तो 4 की वैल्यू है 160 के बराबर, तो 5 की वैल्यू कितनी होगी, 4 × 40 160 होंदा, तो 5 × 40 200 होंदा, तो जी थोड़ा आंसर आ गया 200। ठीक है जी, आ गया ना सारे का आंसर। चलो नेक्स्ट क्वेश्चन आ करो, सवाल है पहला भी कराया होया मैं, पिछली बारी ऑप्शन गलत देता सी, याद आ गया मैंने, तो इस बारी मैं ऑप्शन ही नहीं पाए। 1 + 1/2 × 1 + 1/3 × 1 + 1/4 × ये करके 1 + 1/10।
सर पहला वाला दोबारा करा दो, ये वाला ला लो फिर। देखो कितना की है, ਆਪਾਂ ਨੰਬਰ ਲੈ ਲਿਆ, ਕੋਈ ਵੀ x ਲੈ ਲਿਆ ਆਪਾਂ ਨੰਬਰ, ਉਹਦੇ ਕਿਹਾ ਵੀ 20% ਆਫ ਦਾ ਨੰਬਰ x ਦਾ ਤੁਸੀਂ 20% ਕੱਢੋ, ਕੀ ਆਊਗਾ 20x/100 ਹੋ ਗਿਆ, ਇਹ ਮਤਲਬ ਕਿ ਹੋ ਗਿਆ 0.2x। ਤਾਂ ਜੀ x ਦਾ 20% ਹੋ ਗਿਆ 0.2, ਕਿਹਾ ਕਿ 20% ਆਫ ਅ ਨੰਬਰ ਇਜ਼ ਸਬਟ੍ਰੈਕਟਡ ਟੂ ਦਾ ਨੰਬਰ। ਤਾਂ ਨੰਬਰ ਲਿਆ ਸੀ ਮੈਂ x, ਤਾਂ x ਤੋਂ ਮੈਂ 0.2x ਘਟਾਇਆ, ਕਿਹਾ ਕਿ ਨੰਬਰ ਬਣ ਜਾਂਦਾ ਹੈ 160। ਬਸ ਇਹੀ ਸੋਲਵ ਕਰਤਾ ਮੈਂ। 0.8x ਦੀ ਵੈਲਿਊ ਆ ਗਈ 160, ਇਹਨੂੰ ਆਪਾਂ 10 ਕਰਦੇ ਹਾਂ ਇੱਥੇ, 8 1 8 8 2 16 0 ਤੇ x ਦੀ ਵੈਲਿਊ ਆ ਗਈ 200। ਬਹੁਤ ਸੌਖਾ ਹੈ, ਜੇ ਨਹੀਂ ਆਇਆ ਸਮਝ ਮਾੜਾ ਜਿਹਾ ਪਿੱਛੇ ਕਰਕੇ ਦੁਬਾਰੇ ਦੇਖ ਲਿਓ। ਸਰ ਇੱਕ ਕੁਐਸਚਨ ਪੈਂਡਿੰਗ ਵੀ ਪਿਆ ਸੀ, ਹਾਂ ਕਰਾਉਣਾ ਯਾਰ, ਇੱਕ ਤਾਂ ਅੱਜ ਵੈਸੇ ਟਾਈਮ ਘੱਟ ਰਹਿ ਗਿਆ, ਪਤਾ ਉਹ ਜਿਹੜਾ ETT ਵਾਲੀ ਜਿਹੜੀ ਮੈਂ ਅਪਡੇਟ ਦੇਣੀ ਸੀ ਉਹਦੇ ਚੱਕਰ 'ਚ। ਚਲੋ ਕੋਈ ਨਾ, ਕਰਾਉਣਾ ਮੈਂ, ਟੈਨਸ਼ਨ ਨਾ ਲਓ। ਇਹ ਸਵਾਲ ਦੇਖੋ ਕਿਵੇਂ ਕਰਾਂਗੇ, 1 + 1/2 ਲਿਖਿਆ ਹੋਇਆ ਇੰਟੂ 1 + 1/3 ਲਿਖਿਆ ਹੋਇਆ ਇੰਟੂ 1 + 1/4 ਲਿਖਿਆ ਹੋਇਆ ਅਪ ਟੂ 1 + 1/10 ਲਿਖਿਆ ਹੋਇਆ। ਇਹਨੂੰ ਸੋਲਵ ਕਰੋਗੇ, ਅਗਰ 2 1 2 3/2 इंटू 3 1 3 4/3 इंटू 4 1 4 5/4 इंटू लाला इंटू 11/10। एक चीज नोटिस करोगे, ये कट गया मतलब कि 5 भी कट जाऊगा, मतलब कि ए भी कट जाऊगा। एंड च रह के गया, एंड च रहेगा 11/2। जो ऑप्शन जो है 11/2 तो ए ठीक है, जो ऑप्शन जो है 5.5 तो ओ भी ठीक है। ठीक है जी, हाँ याद है मैंने, अंडर रूट अज वाले सवाल कर लिए, पहले कराना, टेंशन ना लो। एक फार्मूला आता सीधा वो फार्मूला लग के सवाल हो जाएगा थोड़ा। नैक्सट क्वेश्चन वाल चलते हैं। कहते जी एवरेज ऑफ ए बी एंड सी इज 9। ए बी ते सी दी एवरेज 9 है ते एवरेज बी ते सी दी 10 है। वैल्यू ऑफ ए कढ़नी है, बहुत सिंपल सवाल है, ये मैं एक्सपैक्ट करता जिन्हें 53 व्यूअर देख रहे हैं प्लीज बेनती वाली गल है, ये सॉल्व जरूर करो, बड़ा ही सौखा सवाल है, दिल ना तोड़ियो। हुण ਇਹ सवाल कर दो प्लीज। सत्त आ गया सारे का है। सर सारे टीचर का नेम गगनदीप है यार, सारे तो नहीं एक्चुअली होया कि मैं करंट फिर मैथ पढ़ाना, मेरा नाम गगनदीप है, थोड़े GS वाले सर ओदा नाम गगनदीप है, थोड़े पंजाबी वाले सर उन्होंने नाम भी गगनदीप है, ता करके थोड़ा जा कन्फ्यूजन जा है। तेरा नाम भी गगन है, बस दसो हुण आ दिता कि ए बी ते सी दी एवरेज दी हुई है 9, मतलब कि 9 है, ए बी प्लस सी ए प्लस बी प्लस C/3 इज इक्वल टू 9 है, तो मतलब कि ए प्लस बी प्लस सी इज इक्वल टू 27 हो गया। तो बी प्लस सी दी एवरेज कितनी है, ये 10 है, तो बी प्लस सी कितना हो गया 20। इनू इत्थे पुट करो, ए दी वैल्यू आ गई 7। ये तो सौखा सवाल हो सकता सी कोई। हुण देखो मैनू घट्टो घट 20 आंसर आए कि नहीं तो मैं नहीं पढ़ाना अगे। हुण 2 4 5 6 7 8 9 10 11 आंसर आए ने सिर्फ। दसो ऐ करना आप P-SSB क्लर्क पास है, वेरी गुड, ऐ तो हो गया जी पास। प्रॉब्लम की आ रही है मैनू दसो माड़ा जिहा, इस सवाल च की प्रॉब्लम सी, तुहानू की प्रॉब्लम लगी इस सवाल च, समझ आ गया? चलिए अगे। आ देखो, ए बॉट सम पेंसिल्स एट द रेट ऑफ 8 पेंसिलां फॉर 6 रुपये, ते उन्होंने बेचता उन्हें 4 पेंसिलां फॉर 7 रुपये। प्रॉफिट परसेंटेज कड्डो इस ट्रांजैक्शन च कितनी है। रीजनिंग की क्लास कितने बजे होंगी है? सॉरी शीन मरानी, मैनू आइडिया जा नहीं, माड़ा जा तुसी, अच्छा ज़्यादा ईजी था नहीं आंसर देता। वाह बहुत बहुत वधिया। ਤਾਂ ਜੀ ਰੀਜ਼ਨਿੰਗ ਦੀ ਕਲਾਸ ਤੁਸੀਂ ਦੇਖ ਸਕਦੇ ਹੋ, ਮੈਨੂੰ ਐਕਚੁਅਲੀ ਆਈਡੀਆ ਨਹੀਂ ਹੈ। ਪੰਜਾਬ ਅੱਡਾ 24/7 ਦਾ YouTube ਚੈਨਲ ਖੋਲ ਕੇ ਦੇਖੋ, ਉੱਥੇ ਹੋਮ ਪੇਜ ਤੇ ਪਾਸਟ ਲਾਈਵ ਸਟ੍ਰੀਮਸ ਦੇਖ ਲਓ, ਉੱਥੇ ਲਿਖਿਆ ਹੋਊ ਟਾਈਮਿੰਗ। ਕਿਹੜਾ ਸਵਾਲ ਪੁੱਛਿਆ, ਇੱਕ ਵੱਖਰੀ ਲਿਸਟ ਬਣਾ ਦਿਓ। ਕਿਹੜੀ ਵੱਖਰੀ ਲਿਸਟ ਬਣਾ ਦਿਓ ਮਤਲਬ ਕਿਹੜੀ ਕਲਾਸ ਲੱਗ ਰਹੀ ਹੈ P-SSB ਦੀ? ਸਾਰਾ ਦਿਨ P-SSB ਦੀ ਹੀ ਕਲਾਸਾਂ ਚੱਲ ਰਹੀਆਂ ਨੇ ਸਿੰਘ ਮਲਕੀਤ, ਸਾਰਾ ਦਿਨ P-SSB ਦੀ ਕਲਾਸਾਂ ਚੱਲ ਰਹੀਆਂ ਨੇ। ਇਹ ਸਵਾਲ ਕਰੋ ਜੇ ਜੋ ਉਹ ਜ਼ਿਆਦਾ ਹੀ ਈਜ਼ੀ ਸੀ ਤਾਂ ਇਹ ਵਾਲਾ ਦੱਸੋ ਇਹ ਕਿੰਨਾ ਕੁ ਈਜ਼ੀ ਹੈ। ਕਹਿੰਦੇ ਵੀ 8 ਪੈਨਸਲਾਂ ਲਈਆਂ ਬਾਈ ਨੇ 6 ਰੁਪਏ ਦੀਆਂ, ਫਿਰ ਕਹਿੰਦੇ ਵੀ ਉਹਨੇ ਉਹਨੂੰ ਵੇਚਿਆ ਕਿੰਨੇ 'ਚ ਵੇਚਿਆ? ਉਹਨੇ ਵੇਚਿਆ 4 ਪੈਨਸਲਾਂ ਨੂੰ 7 ਰੁਪਈਆਂ 'ਚ।
ਪ੍ਰੋਫਿਟ ਪਰਸੈਂਟੇਜ ਕੱਢੋ। ਮਨਜਿੰਦਰ ਭਾਜੀ ਕਹਿੰਦੇ 150, ਸੁਮਨਦੀਪ ਕਹਿੰਦਾ 133.33 ਤੇ ਪ੍ਰਿਆ ਕਹਿੰਦੀ 133.33। ਹੁਣ ਇਹੋ ਜਿਹਾ ਕੋਈ ਵੀ ਸਵਾਲ ਆ ਜੇ, ਇੱਕ ਤਾਂ ਅਰਮਾਨ ਸਰ ਦੀ ਕਲਾਸ ਦਾ ਟਾਈਮ ਹੋ ਗਿਆ, ਲਾਸਟ ਸਵਾਲ ਹੈ, ਕੋਈ ਵੀ ਸਵਾਲ ਆ ਜੇ ਇਹੋ ਜਿਹਾ, ਅਸੀਂ ਕਰਨਾ ਕਿ ਅਸੀਂ ਇਹ ਸਾਈਡ ਇਕੁਅਲ ਕਰਨੀ ਹੈ। ਇਹ ਸਾਈਡ ਇਕੁਅਲ ਕਰਨ ਨੂੰ ਕੀ ਕਰੀਏ, ਇਹਨੂੰ 2 ਨਾਲ ਮਲਟੀਪਲਾਈ ਕਰ ਦੋ ਥੱਲੇ ਵਾਲੇ ਨੂੰ। ਇਹ ਕੀ ਆ ਗਿਆ 8 = ਰੁਪਏ ਦੀ ਵੈਲਿਊ 14 ਤੇ ਉੱਤੇ ਕੀ ਸੀ 8 ਦੀ ਵੈਲਿਊ 6। ਇਹ ਹੋ ਗਿਆ CP, ਇਹ ਹੋ ਗਿਆ ਤੁਹਾਡਾ SP। मतलब कि CP कितना 6 रुपये, SP कितना 14 रुपये। मतलब कि प्रॉफिट परसेंटेज कटते होंगे किदा होंगे फार्मूला SP - CP अपॉन CP × 100। बस SP कितनी है 14 - 6 अपॉन 6 × 100। ये हो गया जी 4 4 8 / 6 × 100। ये हो गया 2 3 6 2 4 8। ये आ गया जी 400/3। ਤੁਹਾਡਾ ਆਨਸਰ ਤੁਹਾਡੇ ਸਾਹਮਣੇ 133.33%। ਠੀਕ ਹੈ ਜੀ। ਇਹ ਸਫੀਸ਼ੀਐਂਟ ਕਲਰਕ ਲਈ, ਇਹ ਸਫੀਸ਼ੀਐਂਟ ਕਲਰਕ ਲਈ। ਬਟ ਇਧਰ ਮੈਂ ਕੱਲੇ ਸਿਰਫ ਸਵਾਲ ਕਰਾ ਰਿਹਾ। ਜੇ ਤੁਸੀਂ ਬੈਚ ਬਾਏ ਕਰਨਾ ਤਾਂ ਬੈਚ ਥੋੜਾ ਜਿਹਾ ਬੇਸਿਕ ਤੋਂ ਹੋਊਗਾ। ਅਰਮਾਨ ਸਰ ਕਰਾਉਂਗੇ, ਮੈਂ ਨਹੀਂ ਕਰਾਉਂਗਾ, ਪਹਿਲੇ ਹੀ ਕਲੀਅਰ ਕਰ ਦਈਏ। ਮੈਂ ਪੇਡ ਬੈਚ ਚ ਮੈਂ ਮੈਥ ਨਹੀਂ ਪੜਾਉਂਦਾ, ਉਧਰ ਉਹਦੇ ਅੰਦਰ ਸਿਰਫ ਆਪਾਂ ਕਰੰਟ ਅਫੇਅਰ ਕਰਾਵਾਂਗੇ। ਚਲੋ ਠੀਕ ਹੈ ਜੀ, ਚਲੋ ਹੁਣ ਰੈਪ ਅਪ ਕਰਦੇ ਆਪਾਂ। ਸਤਿ ਸ਼੍ਰੀ ਅਕਾਲ, ਸਵੇਰੇ ਮਿਲਦੇ 8 ਵਜੇ। ਕਿਹੜੀ ਕਲਾਸ? ਧਮਾਕੇਦਾਰ ਕਰੰਟ ਅਫੇਅਰ ਦੀ ਕਲਾਸ। ਤੇ ਰੋਜ਼ ਫਿਰ 4 ਵਜੇ ਮਿਲਦੇ ਹਾਂ ਜੀ ਮੈਥ ਦੀ ਕਲਾਸ ਤੇ ਕੱਲ ਤਾਂ ਜੀ ਗੁਰਪੁਰਬ ਵੀ ਹੈ ਬਾਬੇ ਨਾਨਕ ਦਾ। ਉਹ ਬਾਬਾ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਸਾਰਿਆਂ ਨੂੰ, ਸਾਰਿਆਂ ਨੇ ਧਿਆਨ ਰੱਖਣਾ। ਤੇ ਹੁਣ ਜਾਂਦੇ ਜਾਂਦੇ ਫੇਰ ਦੱਸਦਾ ਮੈਂ ਕਿਹਾ ਬੱਚਿਆਂ ਦਾ ਕਿਉਂ ਕੋਡ ਲਾਇਆ ਸੀ ਆਪਾਂ, ਸਾਰਿਆਂ ਨੇ ਦੇਖਿਆ ਵਾ 383 ਕੋਡ ਲਾ ਕੇ ਉਹ ਬੈਚ ਹੁਣ PSSB ਕਲਰਕ ਦਾ ਸਿਰਫ ਔਰ ਸਿਰਫ 1380 ਰੁਪਏ ਦਾ ਰਹਿ ਗਿਆ। ਤਾਂ ਛੇਤੀ ਜਾ ਕੇ ਬਾਏ ਕਰ ਲਓ। ਮੈਨੂੰ ਨਹੀਂ ਪਤਾ ਫਾਲਟ ਆਇਆ, ਕੁਛ ਕੀ ਹੋਇਆ, ਗਲਤੀ ਹੋਈ ਹੈ, ਗੜਬੜ ਹੋਈ ਹੈ ਟੈਕਨੀਕਲ ਟੀਮ ਦੀ। ਇਹ ਤੋਂ ਪਹਿਲਾਂ ਪਤਾ ਲੱਗੇ ਚੁੱਪਚਾਪ ਜਾ ਕੇ ਦੱਬ ਲਓ, ਕੋਡ ਯੂਜ਼ ਕਰ ਲਓ Y383 Y383। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਸੋ ਮਚ, ਆਲ ਦਾ ਬੈਸਟ। ਮਨਜਿੰਦਰ ਸਿੰਘ ਹਜੇ ਤਾਂ ਸਵਾਲ ਹੋਰ ਵੀ ਰਹਿੰਦੇ ਨੇ। ਆ ਵੇਖ 1 ਆ 2 ਆ 3, ਹਜੇ ਤਾਂ 3 ਸਵਾਲ ਹੋਰ ਪਏ ਨੇ, ਬਟ ਟਾਈਮ ਦੀ ਘਾਟ ਹੋਣ ਕਰਕੇ ਜਾਣਾ ਪੈਣਾ। ਚਲੋ ਸਤਿ ਸ਼੍ਰੀ ਅਕਾਲ ਮਨਜਿੰਦਰ ਸਿੰਘ, ਕੱਲ ਪੱਕਾ। ਚਲੋ ਜੀ।